ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 18 ਸਤੰਬਰ ਹੈ, ਦਿਨ ਸ਼ਨੀਵਾਰ ਹੈ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਅਸੀਂ ਸਾਰੇ ਦਰਸ਼ਕਾਂ ਨੂੰ ਸਿੱਖ ਕੌਮ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰਿਆਈ ਦਿਵਸ ਦੀ ਮੁਬਾਰਕਬਾਦ ਦਿੰਦੇ ਹਾਂ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਖਾਸ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਅੱਜ ਤੋਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਜਾਏਗੀ। ਉੱਤਰਾਖੰਡ ਸਰਕਾਰ ਨੇ ਕਰੋਨਾ ਦਾ ਪ੍ਰਭਾਵ ਘਟਣ ਤੋਂ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ, ਪਰ ਰੋਜ਼ਾਨਾ 1000 ਸ਼ਰਧਾਲੂ ਹੀ ਦਰਸ਼ਨ ਕਰ ਸਕਣਗੇ। ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਹੋਏਗੀ। ਸ਼੍ਰੀ ਹੇਮਕੁੰਟ ਸਾਹਿਬ ਟਰੱਸਟ ਨੇ 60 ਸਾਲ ਤੋਂ ਵੱਧ ਉਮਰ ਦੇ ਯਾਤਰੀਆਂ ਨੂੰ ਨਾ ਲਿਆਉਣ ਦੀ ਅਪੀਲ ਕੀਤੀ ਹੈ। ਅਟਾਰੀ ਵਾਹਗਾ ਸਰਹੱਦ ਉੱਤੇ ਦਰਸ਼ਕਾਂ ਦੇ ਲਈ ਰੀਟਰੀਟ ਰਸਮ ਮੁੜ ਸ਼ੁਰੂ ਕਰ ਦਿੱਤੀ ਗਈ ਹੈ ਕੱਲ੍ਹ ਤੋਂ, ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਹਾਲੇ ਵੀ ਨਹੀਂ ਖੁੱਲਿਆ। ਤਖਤ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਮਾਮਲੇ ਦੇ ਵਿੱਚ SGPC ਨੇ ਪੁਲਿਸ ਨਾਲ ਮਿਲ ਕੇ ਪੜਤਾਲ ਲਈ ਜਿਹੜੀ 5 ਮੈਂਬਰੀ ਕਮੇਟੀ ਬਣਾਈ ਹੈ ਉਸ ਨੂੰ ਵਾਪਸ ਬੁਲਾਉਣ ਦਾ ਫੈਸਲਾ ਲੈ ਲਿਆ। ਮਾਤਾ ਨਾਨਕੀ ਨਿਵਾਸ ਦੇ ਵਿੱਚ ਪੱਤਰਕਾਰ ਮਿਲਣੀ ਦੌਰਾਨ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਘਟਨਾ ਨੂੰ ਦਿਮਾਗੀ ਪਰੇਸ਼ਾਨੀ ਵਾਲੇ ਪਾਸੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਥੇਦਾਰ ਨੇ ਕਿਹਾ ਕਿ ਇਸ ਘਟਨਾ ਦੇ ਤਾਰ ਡੇਰਾ ਸਿਰਸਾ ਦੇ ਨਾਲ ਜੁੜਦੇ ਨੇ। ਮੁਲਜ਼ਮ ਪਰਮਜੀਤ ਸਿੰਘ ਦੇ ਪਿਤਾ ਨੇ ਡੇਰਾ ਸਿਰਸਾ ਦਾ ਚੇਲਾ ਹੋਣ ਕਰਕੇ ਨਸ਼ਾ ਛੁਡਾਊ ਕੇਂਦਰ ਦਾ ਬਹਾਨਾ ਬਣਾ ਕੇ ਉਸ ਨੂੰ ਗੁਰਮਤਿ ਵਿਦਿਆਲੇ ਵਿੱਚ ਛੱਡਿਆ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਜਥੇਦਾਰ ਨੇ ਮੰਗ ਕੀਤੀ ਕਿ ਦੋਸ਼ੀ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੀ ਘਟਨਾ ਮੁੜ ਕੇ ਨਾ ਵਾਪਰੇ। ਪੰਜਾਬ ਕੈਬਨਿਟ ਦੀ ਕੱਲ੍ਹ ਹੋਈ ਮੀਟਿੰਗ ਦੇ ਵਿੱਚ ਕੱਚੇ ਮੁਲਾਜ਼ਮਾਂ ਬਾਰੇ ਫੈਸਲਾ ਨਹੀਂ ਹੋ ਸਕਿਆ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਿੱਚ ਕੰਮ ਅੜ ਗਿਆ ਹੈ, ਸਿਆਸੀ ਪੇਚ ਫਸ ਗਿਆ ਹੈ। ਕਈ ਵਜ਼ੀਰਾਂ ਨੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੀ ਨੀਤੀ ਨੂੰ ਮੋਕਲਾ ਕਰਨ ਦਾ ਸੁਝਾਅ ਦਿੱਤਾ, ਜਿਸ ਕਰਕੇ ਫੈਸਲਾ ਟਾਲਣਾ ਪਿਆ। ਵਜ਼ੀਰਾਂ ਨੇ ਸੁਝਾਅ ਦਿੱਤਾ ਸੀ ਕਿ ਜੇਕਰ 10 ਸਾਲ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਂਦਾ ਹੈ ਤਾਂ ਬਾਕੀ ਮੁਲਾਜ਼ਮਾਂ ਦੀ ਸਿਆਸੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ। ਕਾਂਗਰਸ ਸਰਕਾਰ ਵੱਲੋਂ ਭਰਤੀ ਕੀਤੇ ਕੱਚੇ ਮੁਲਾਜ਼ਮਾਂ ਨੂੰ ਵੀ ਮੌਕਾ ਨਹੀਂ ਮਿਲਣਾ। ਇਸ ਕਰਕੇ ਮੁੱਖ ਮੰਤਰੀ ਨੇ ਸਾਰੇ ਵਜ਼ੀਰਾਂ ਨੂੰ ਇਸ ਤੇ ਵਿਭਾਗਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਦੇ ਲਈ ਕਿਹਾ ਹੈ। ਪੰਜਾਬ ਦੇ ਵਿੱਚ ਨਵੇਂ ਸਰਕਾਰੀ ਕਾਲਜਾਂ ਵਿੱਚ ਅਸਾਮੀਆਂ ਭਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਝੋਨੇ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ਨੇ ਜਿਹੜੇ ਨਵੇਂ ਨਿਯਮ ਲਾਗੂ ਕੀਤੇ ਨੇ ਉਸ ਨੂੰ ਵੀ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ ਤੇ ਹਾਲੇ ਪੰਜਾਬ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ। ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ। ਆਲ ਇੰਡੀਆ ਕਾਂਗਰਸ ਨੇ ਪੰਜਾਬ ਦੇ 40 ਵਿਧਾਇਕਾਂ ਵੱਲੋਂ ਲਿਖੀ ਚਿੱਠੀ ਦਾ ਨੋਟਿਸ ਲੈਂਦਿਆਂ ਅੱਜ ਸ਼ਾਮ 5 ਵਜੇ ਪੰਜਾਬ ਕਾਂਗਰਸ ਭਵਨ ਦੇ ਵਿੱਚ ਇਹ ਮੀਟਿੰਗ ਸੱਦ ਲਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕੱਲ੍ਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਵੱਡਾ ਰੋਸ ਮੁਜ਼ਾਹਰਾ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਬਣਾ ਦਿਓ, ਅਸੀਂ ਖੇਤੀ ਕਾਨੂੰਨ ਪੰਜਾਬ 'ਚ ਲਾਗੂ ਨਹੀਂ ਹੋਣ ਦੇਵਾਂਗੇ। ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਸਿਆਸੀ ਡਰਾਮਾ ਤੇ ਕੱਲ ਆਮ ਆਦਮੀ ਪਾਰਟੀ ਨੇ ਵੀ ਪੂਰੇ ਪੰਜਾਬ ਦੇ ਵਿੱਚ ਮੋਮਬੱਤੀ ਮਾਰਚ ਕੱਢੇ। ਆਮ ਆਦਮੀ ਪਾਰਟੀ ਨੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ 650 ਤੋਂ ਵੱਧ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਮੋਮਬੱਤੀ ਮਾਰਚ ਕੱਢੇ ਤੇ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਇਸ ਮਾਰਚ ਨੂੰ ਵੀ ਡਰਾਮਾ ਹੀ ਦੱਸਿਆ। ਉਸ ਤੋਂ ਬਾਅਦ ਰਾਘਵ ਚੱਡਾ ਨੇ ਨਵਜੋਤ ਸਿੰਘ ਸਿੱਧੂ ਨੂੰ ਕੀ ਕਿਹਾ ਤੇ ਫਿਰ ਰਾਘਵ ਚੱਡਾ ਨੂੰ ਕੀ ਜਵਾਬ ਮਿਲੇ, ਉਸ ਦੀ ਖਬਰ ਵਿਸਥਾਰ ਦੇ ਵਿੱਚ ਦੱਸਾਂਗੇ। ਫਰੀਦਕੋਟ ਦੇ ਵਿੱਚ ਕੱਲ ਬਾਈਬਲ ਕਲਾਂ ਗੋਲੀ ਕਾਂਡ ਦੀ ਸੁਣਵਾਈ ਹੋਈ ਤੇ ਹੁਣ 8 ਅਕਤੂਬਰ ਨੂੰ ਅਗਲੀ ਸੁਣਵਾਈ ਹੋਏਗੀ। ਸੁਣਵਾਈ ਦੇ ਵਿੱਚ IG ਪਰਮਰਾਜ ਸਿੰਘ ਉਮਰਾਨ ਨੰਗਲ ਅਦਾਲਤ ਵਿੱਚ ਹਾਜ਼ਰ ਹੋਇਆ। ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵਿਸ਼ੇਸ਼ ਸੁਰੱਖਿਆ ਵਾਲਾ ਹੁਕਮ ਮਿਲਣ ਤੋਂ ਬਾਅਦ ਸਾਬਕਾ DGP ਸੁਮੇਧ ਸੈਣੀ ਅਦਾਲਤ ਵਿੱਚ ਪੇਸ਼ ਹੀ ਨਹੀਂ ਹੋਏ। GST ਕੌਂਸਲ ਦੀ ਕੱਲ ਲਖਨਊ ਦੇ ਵਿੱਚ ਜਿਹੜੀ ਬੈਠਕ ਹੋਈ ਹੈ ਉਸ ਦੇ ਵਿੱਚ ਫੈਸਲਾ ਲਿਆ ਗਿਆ ਕਿ ਪੈਟਰੋਲੀਅਮ ਪਦਾਰਥ ਹਾਲੇ GST ਦੇ ਘੇਰੇ ਵਿੱਚ ਨਹੀਂ ਆਉਣਗੇ। ਰਿਆਇਤੀ ਟੈਕਸ ਦਰਾਂ ਤੇ ਕਰੋਨਾ ਦੀਆਂ ਦਵਾਈਆਂ ਵੀ ਮਿਲਦੀਆਂ ਰਹਿਣਗੀਆਂ ਤੇ ਦਵਾਈਆਂ 31 ਦਸੰਬਰ ਤੱਕ ਰਿਆਇਤੀ ਦਰਾਂ ਦੇ ਉੱਤੇ ਮਿਲਦੀਆਂ ਰਹਿਣਗੀਆਂ। ਪੈਟਰੋਲ ਤੇ ਡੀਜ਼ਲ ਨੂੰ GST ਦੇ ਦਾਇਰੇ ਵਿੱਚੋਂ ਇਸ ਕਰਕੇ ਬਾਹਰ ਰੱਖਿਆ ਗਿਆ ਕਿਉਂਕਿ ਵਰਤਮਾਨ ਐਕਸਾਈਜ਼ ਡਿਊਟੀ ਤੇ ਵੈਟ ਨੂੰ ਕੌਮੀ ਪੱਧਰ ਉੱਤੇ ਇੱਕੋ ਦਰ ਤੇ ਲਿਆਉਣ ਨਾਲ ਮਾਲੀਆ ਪ੍ਰਭਾਵਿਤ ਹੋਵੇਗਾ ਤੇ ਜਾਣਕਾਰੀ ਇਹ ਵੀ ਮਿਲੀ ਹੈ ਕਿ ਪੈਟਰੋਲ ਤੇ ਡੀਜ਼ਲ ਹੁਣ ਭਾਰਤ ਦੇ ਵਿੱਚ ਹੋਰ ਵੀ ਮਹਿੰਗਾ ਹੋਏਗਾ, ਯਾਨੀ ਕਿ ਤੁਹਾਡੇ ਤੇ ਹੋਰ ਵੱਡੀ ਗਾਜ ਹੈ ਜਿਹੜੀ ਉਹ ਡਿੱਗਣ ਵਾਲੀ ਹੈ। ਆਮਦਨ ਕਰ ਵਿਭਾਗ ਨੇ ਸੋਨੂ ਸੂਦ ਦੇ ਖਿਲਾਫ ਜਾਂਚ ਦਾ ਘੇਰਾ ਵਧਾ ਦਿੱਤਾ ਹੈ। ਕੱਲ ਤੀਸਰੇ ਦਿਨ ਵੀ ਲਗਾਤਾਰ ਛਾਪੇਮਾਰੀ ਜਾਰੀ ਰਹੀ। ਸੰਯੁਕਤ ਕਿਸਾਨ ਮੋਰਚੇ ਨੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਵਰਕਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਨੇ ਅਤੇ ਹੋਰ ਵੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਲਈ ਕਿਹਾ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਦਿੱਲੀ ਮੋਰਚਿਆਂ ਦੇ ਖਿਲਾਫ ਕੇਂਦਰ ਸਰਕਾਰ ਸਖਤੀ ਦੀ ਤਿਆਰੀ ਵਿੱਚ ਹੈ। ਕੇਂਦਰ ਸਰਕਾਰ ਲਗਾਤਾਰ ਮੋਰਚੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਮਾਹੌਲ ਦੇ ਦਰਮਿਆਨ ਕਿਸਾਨ ਲੀਡਰਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਮੋਰਚਿਆਂ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਮਾਨਸਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਉਂਦੇ BJP ਲੀਡਰਾਂ ਦਾ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ। ਇਹ BJP ਦੇ ਜਿਹੜੇ ਵਰਕਰ ਸੀਗੇ ਟੈਲੀਗ੍ਰਾਮ ਰਾਹੀਂ ਪ੍ਰਧਾਨ ਮੰਤਰੀ ਨੂੰ ਮੁਬਾਰਕਬਾਦ ਭੇਜਣ ਲਈ ਜਾ ਰਹੇ ਸੀ ਡਾਕਘਰ ਵੱਲ ਨੂੰ, ਤਾਂ BJP ਲੀਡਰਾਂ ਦਾ ਰਾਹ ਵਿੱਚ ਰੋਕ ਕੇ ਕਿਸਾਨਾਂ ਨੇ ਵਿਰੋਧ ਕੀਤਾ।
ਕੱਲ੍ਹ ਪੁਲਿਸ ਨੂੰ ਝਕਾਨੀ ਦੇ ਕੇ ਮੋਤੀ ਮਹਿਲ ਕੋਲ ਪਹੁੰਚੇ ਅਧਿਆਪਕਾਂ ਦੇ ਨਾਲ ਪੁਲਿਸ ਨੇ ਖਿੱਚਤੂ ਕੀਤੀ। ਮਹਿਲਾ ਅਧਿਆਪਕਾਂ ਨੂੰ ਮਹਿਲਾ ਪੁਲਿਸ ਨੇ ਬੜੀ ਜ਼ੋਰ ਜ਼ਬਰਦਸਤੀ ਦੇ ਨਾਲ ਖਿੱਚਿਆ ਅਤੇ ਅਧਿਆਪਕ ਯੂਨੀਅਨ ਦੇ 25 ਆਗੂ ਹਿਰਾਸਤ ਵਿੱਚ ਲਏ। DTF ਨੇ ਸਿੱਖਿਆ ਵਿਭਾਗ ਪੰਜਾਬ ਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ। DTF ਆਗੂਆਂ ਨੇ ਕਿਹਾ ਕਿ ਲੰਘੇ ਦਿਨੀ 5ਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਮੁਲਾਂਕਣ ਪ੍ਰੀਖਿਆ ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਮੁੱਖ ਮੰਤਰੀ ਨੂੰ ਸਿਆਸੀ ਲਾਹਾ ਦੇਣ ਲਈ ਸਰਕਾਰ ਦੇ ਪੈਨਸ਼ਨ ਵਾਧੇ ਸੰਬੰਧੀ ਇਤਿਹਾਸ ਨੂੰ ਛਾਪਿਆ ਗਿਆ ਸੀ ਤੇ ਹੁਣ 12ਵੀਂ ਜਮਾਤ ਦੇ ਇਤਿਹਾਸ ਵਿਸ਼ੇ ਦੇ ਮੁਲਾਂਕਣ ਪੇਪਰ ਵਿੱਚ 3 ਪ੍ਰਮੁੱਖ ਕਾਂਗਰਸੀ ਲੀਡਰਾਂ ਨੂੰ ਗੁਰੂ ਸਾਹਿਬ ਦੀ ਆਸ਼ੀਰਵਾਦ ਦਾ ਪਾਤਰ ਬਣਾ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪ੍ਰੀਖਿਆ ਦੇ ਵਿੱਚ ਪ੍ਰਸ਼ਨ ਨੰਬਰ 39 ਰਾਹੀਂ ਪੁੱਛਿਆ ਗਿਆ ਕਿ 7ਵੇਂ ਗੁਰੂ ਹਰਰਾਏ ਜੀ ਨੇ ਕਿਸ ਦੇ ਵਡੇਰਿਆਂ ਨੂੰ ਆਸ਼ੀਰਵਾਦ ਦਿੱਤਾ ਸੀ ਤੇ ਜਿਹੜੇ ਵਿਕਲਪ ਦਿੱਤੇ ਨੇ ਰਜਿੰਦਰ ਕੌਰ ਭੱਠਲ, ਰਾਣਾ ਗੁਰਜੀਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਲਿਖੇ ਹੋਏ ਨੇ। ਆਗੂਆਂ ਨੇ ਕਿਹਾ ਕਿ ਇਤਿਹਾਸਿਕ ਤੱਥਾਂ ਨੂੰ ਟੇਢੇ ਢੰਗ ਨਾਲ ਵਰਤਦਿਆਂ ਸੱਤਾਧਾਰੀ ਲੀਡਰਾਂ ਨੂੰ ਗੁਰੂ ਸਾਹਿਬਾਨ ਦੇ ਆਸ਼ੀਰਵਾਦ ਦੇ ਪਾਤਰ ਵਜੋਂ ਪੇਸ਼ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪੂਰੇ ਦੇਸ਼ ਵਿੱਚ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਇੱਕ ਵੱਡੇ ਸਮਾਗਮ ਵਾਂਗੂ ਅਗਲੇ ਮਹੀਨੇ ਤੱਕ ਮਨਾਇਆ ਜਾਵੇਗਾ BJP ਦੇ ਵੱਲੋਂ, ਉੱਥੇ ਹੀ ਕੱਲ੍ਹ ਕਾਂਗਰਸ ਨੇ ਇਸ ਜਨਮ ਦਿਨ ਨੂੰ ਬੇਰੁਜ਼ਗਾਰੀ ਦਿਵਸ ਦੇ ਵਜੋਂ ਮਨਾਇਆ। ਚੰਡੀਗੜ੍ਹ ਦੇ ਵਿੱਚ ਯੂਥ ਕਾਂਗਰਸ ਨੇ ਸੈਕਟਰ 17 ਵਿੱਚ ਪਕੌੜੇ ਤੇ ਸਮੋਸੇ ਵੇਚੇ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਯਾਨੀ ਕਿ ਅੱਜ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਹੈ। ਹੇਮਕੁੰਟ ਸਾਹਿਬ ਟਰਸਟ ਨੇ ਇਸ ਸੰਬੰਧੀ ਕੋਵਿਡ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਇਹਨਾਂ ਦੀ ਪਾਲਣਾ ਕਰਦਿਆਂ ਯਾਤਰੀ ਗੁਰੂ ਘਰਾਂ ਦੇ ਦਰਸ਼ਨ ਕਰ ਸਕਣਗੇ। ਕਰੋਨਾ ਦੇ ਕਾਰਨ ਉੱਤਰਾਖੰਡ ਦੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਿਹੜੀ ਉਹ ਬੰਦ ਰੱਖੀ ਗਈ ਸੀ। ਰੋਜ਼ਾਨਾ ਇੱਥੇ 1000 ਯਾਤਰੀ ਨੇ ਜਿਹੜੇ ਉਹ ਗੁਰੂ ਘਰ ਦੇ ਦਰਸ਼ਨ ਕਰ ਸਕਣਗੇ। ਯਾਤਰਾ ਕਰਨ ਤੋਂ 15 ਦਿਨ ਪਹਿਲਾਂ ਸ਼ਰਧਾਲੂ ਦੇ ਕਰੋਨਾ ਰੋਕੂ ਦੋਵੇਂ ਟੀਕੇ ਲੱਗੇ ਹੋਣੇ ਚਾਹੀਦੇ ਨੇ। ਜੇ ਕਿਸੇ ਦੇ ਇੱਕ ਟੀਕਾ ਲੱਗਿਆ ਤਾਂ 72 ਘੰਟਿਆਂ ਤੋਂ ਪਹਿਲਾਂ ਦੀ ਜਿਹੜੀ 72 ਘੰਟੇ ਪਹਿਲਾਂ ਦੀ RT-PCR ਰਿਪੋਰਟ ਹੈ ਜਿਹੜੀ ਉਹ ਨਾਲ ਲੈ ਕੇ ਆਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਪੰਜਾਬ ਕੈਬਨਿਟ ਦੀ ਬੈਠਕ ਹੋਈ ਹੈ, ਜਿਸ ਦੇ ਵਿੱਚ ਨਵਾਂ ਸ਼ਹਿਰ ਦੇ ਕਸਬਾ ਬਲਾਚੌਰ ਦੇ ਵਿੱਚ ਟੈਕਨੀਕਲ ਸਕਿੱਲ ਯੂਨੀਵਰਸਿਟੀ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਦੂਸਰਾ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ ਮੰਤਰੀ ਮੰਡਲ ਦੇ ਵੱਲੋਂ ਨਵੇਂ ਸਰਕਾਰੀ ਕਾਲਜਾਂ ਦੇ ਵਿੱਚ 160 ਅਸਿਸਟੈਂਟ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀਆਂ ਅਸਾਮੀਆਂ ਭਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇੱਕ ਹੋਰ ਫੈਸਲਾ ਲਿਆ ਗਿਆ 9 ਫਾਸਟ ਟਰੈਕ ਵਿਸ਼ੇਸ਼ ਅਦਾਲਤਾਂ ਅਤੇ ਇਹਨਾਂ ਦੇ ਵਿੱਚ 117 ਅਸਾਮੀਆਂ ਦੀ ਸਿਰਜਣਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਪੰਜਾਬ ਕੈਬਨਿਟ ਦੇ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਨੇ। ਹੋਰ ਫੈਸਲੇ ਆਉਂਦੇ ਰਹਿਣਗੇ, ਉਹ ਅਸੀਂ ਤੁਹਾਨੂੰ ਅੱਗੇ ਦੱਸਦੇ ਰਹਾਂਗੇ। 17 ਸਤੰਬਰ 2020 ਨੂੰ ਸੰਸਦ ਦੇ ਵੱਲੋਂ 3 ਖੇਤੀ ਕਾਨੂੰਨਾਂ ਨੂੰ ਪਾਸ ਕੀਤਾ ਗਿਆ ਸੀ। 1 ਸਾਲ ਪੂਰਾ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੋਸ ਮੁਜ਼ਾਹਰਾ ਕਰਦਿਆਂ ਕਾਲਾ ਦਿਨ ਮਨਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵੱਲ ਨੂੰ ਚਾਲੇ ਪਾਏ। ਰਾਹ ਦੇ ਵਿੱਚ ਕਈ ਰੋਕਾਂ ਲੱਗੀਆਂ ਪਰ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚਣ ਦੇ ਵਿੱਚ ਜਿਹੜਾ ਹੈਗਾ ਕਾਮਯਾਬ ਹੋ ਗਏ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਅਗਲੀ ਸਰਕਾਰ ਪੰਜਾਬ ਦੇ ਵਿੱਚ ਬਣਾ ਦਿਓ, ਅਕਾਲੀ ਬਸਪਾ ਦੀ ਸਰਕਾਰ ਬਣਾ ਦਿਓ, ਅਸੀਂ ਇਹ ਕਾਨੂੰਨ ਪੰਜਾਬ 'ਚ ਲਾਗੂ ਹੀ ਨਹੀਂ ਹੋਣ ਦੇਵਾਂਗੇ। ਇਸ ਦਰਮਿਆਨ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਮੇਤ 15 ਅਕਾਲੀ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ। ਅਕਾਲੀ ਦਲ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਵੱਲ ਮਾਰਚ ਕੱਢਿਆ ਜਾਣਾ ਸੀ, ਪਰ ਪੁਲਿਸ ਨੇ ਰਾਹ ਵਿੱਚ ਹੀ ਬੈਰੀਕੇਡ ਲਾ ਕੇ ਰੋਕ ਦਿੱਤਾ ਸੀ। ਇੱਕ ਦਿਨ ਪਹਿਲਾਂ ਪੁਲਿਸ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਸੁਖਬੀਰ ਸਿੰਘ ਬਾਦਲ ਨੇ ਇਸ ਮਾਰਚ ਦੀ ਅਗਵਾਈ ਕੀਤੀ। ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਸਦ ਭਵਨ ਦੇ ਨੇੜੇ ਫਾਇਰ ਸਟੇਸ਼ਨ ਦੇ ਕੋਲ ਹੀ ਬੈਰੀਕੇਡ ਲਾ ਕੇ ਰੋਕ ਲਿਆ। ਇੱਥੇ ਹੀ ਅਕਾਲੀ ਲੀਡਰਾਂ ਨੇ ਸੰਬੋਧਨ ਕੀਤਾ। ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਸੂਬੇ ਦੇ ਵਿੱਚ ਜੇ ਤੁਸੀਂ ਸਾਡੀ ਸਰਕਾਰ ਬਣਾ ਦਿਓਗੇ ਤੇ ਅਸੀਂ ਖੇਤੀ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ। ਵੀਰਵਾਰ ਰਾਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚ ਗਏ ਸੀ। ਦਿੱਲੀ ਦੇ ਵਿੱਚ ਜਾਮ ਲੱਗੇ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਬਦਲਵੇਂ ਰੂਟਾਂ ਤੇ ਵੀ ਜਾਣ ਲਈ ਕਿਹਾ। ਝੰਡੇਵਾਲਾ ਅਤੇ ਪੰਚਖੁਈਆਂ ਰੋਡ ਤੇ ਵੀ ਟ੍ਰੈਫਿਕ ਪ੍ਰਭਾਵਿਤ ਹੋਇਆ। ਦਿੱਲੀ ਦੇ ਸ਼ੰਕਰ ਰੋਡ ਇਲਾਕੇ ਵਿੱਚ ਦਿੱਲੀ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ। ਦਿੱਲੀ ਦੇ ਝਾਡੋਰਾ ਬਾਰਡਰ ਤੇ ਵੀ ਦਿੱਲੀ ਪੁਲਿਸ ਨੇ ਪੰਜਾਬ ਤੋਂ ਆ ਰਹੇ ਵਾਹਨਾਂ ਦੀ ਸਖਤੀ ਵਧਾ ਦਿੱਤੀ ਸੀ। ਦਿੱਲੀ ਪੁਲਿਸ ਦੇ DCP ਦੀਪਕ ਯਾਦਵ ਨੇ ਦੱਸਿਆ ਕਿ ਅਸੀਂ ਇੱਕ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਸੀ ਕਿ ਇਸ ਪ੍ਰੋਟੈਸਟ ਦੀ ਮਨਜ਼ੂਰੀ ਨਹੀਂ ਹੈ। ਇਸ ਬਾਰੇ ਪਾਰਟੀ ਨੇ ਟਵੀਟ ਕੀਤਾ ਕਿ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਅਤੇ ਅਕਾਲੀ ਵਰਕਰਾਂ ਦੀ ਗਿਣਤੀ ਦੇ ਮੱਦੇਨਜ਼ਰ ਪੰਜਾਬੀਆਂ ਨੂੰ ਰੋਕਣ ਦੇ ਲਈ ਰਕਾਬਗੰਜ ਸਾਹਿਬ ਦੀ ਘੇਰਾਬੰਦੀ ਕੀਤੀ ਗਈ ਤੇ ਇਹ ਤਾਨਾਸ਼ਾਹੀ ਦੌਰ ਦੀ ਯਾਦ ਦਿਵਾਉਂਦਾ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਰੋਕਾਂ ਦੇ ਬਾਵਜੂਦ ਵੀ ਦਿੱਲੀ ਪਹੁੰਚ ਗਏ। ਕਿ ਸੈਂਟਰ ਦੀ ਮੋਦੀ ਸਰਕਾਰ ਨੇ ਤੇ ਹਰਿਆਣੇ ਦੀ ਖੱਟਰ ਸਰਕਾਰ ਨੇ पूरा जोर लाया कि श्रोमणी अकाली दल दा आ जिहड़ा मार्च है
ਇੱਥੇ ਸੰਗਤ ਨਾ ਪਹੁੰਚ ਸਕੇ। ਪਰ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ। ਜਦੋਂ ਪਿੱਛੇ ਜੇ ਕੈਪਟਨ ਨੇ ਡਰਾਮਾ ਕੀਤਾ ਕਿ ਅਸੀਂ ਆਪਣੇ ਕਾਲੇ ਕਾਨੂੰਨਾਂ 'ਚ ਅਮੈਂਡਮੈਂਟ ਲੈ ਕੇ ਆਉਣੇ ਆ, ਮੈਂ ਪੁੱਛਣਾ ਚਾਹੁੰਦਾ ਅਮੈਂਡਮੈਂਟ ਕਿਉਂ? ਪੂਰੇ ਵਾਪਸ ਕਿਉਂ ਨਹੀਂ, ਕੈਂਸਲ ਕਿਉਂ ਨਹੀਂ ਕਰਦੇ? ਕਿਉਂਕਿ ਨੀਅਤ ਸਾਫ਼ ਨਹੀਂ। ਗਾਂਧੀ ਪਰਿਵਾਰ ਦਾ ਹੁਕਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਜਥੇਬੰਦੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਕਿਸੇ ਪਾਰਟੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੈ। ਆ ਹੈਗੀ ਅਕਾਲੀ ਦਲ ਦੀ ਸਪਿਰਿਟ, ਆ ਹੈਗੀ ਅਕਾਲੀ ਦਲ ਦਾ ਜਜ਼ਬਾ। ਤੇ ਮੈਂ ਇਸ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ, 1 ਸਾਲ ਨਿਕਲ ਗਿਆ, ਜੇ ਤੁਸੀਂ ਕਿਸਾਨਾਂ ਦੇ ਕਾਲੇ ਕਾਨੂੰਨ ਵਾਪਸ ਨਹੀਂ ਕੀਤੇ, ਕਿਸਾਨਾਂ ਦੀ ਇਸ ਹੱਕ ਦੇ ਸੱਚ ਦੀ ਲੜਾਈ ਵਿੱਚ ਉਹਨਾਂ ਦੀ ਗੱਲ ਨਹੀਂ ਮੰਨੀ, ਤੇ ਫਿਰ ਇਹੋ ਦੀ ਸਰਕਾਰ ਦੀ ਉਲਟੀ ਗਿਣਤੀ ਤਾਂ ਪਿਛਲੇ ਸਾਲ ਸ਼ੁਰੂ ਹੋ ਗਈ ਸੀ। 2024 ਸਾਡੇ ਵਾਸਤੇ ਦੂਰ ਨਹੀਂ। ਨਾ ਪੰਜਾਬ ਤੇ ਤੁਸੀਂ ਹੱਥ ਪੈਰ ਰੱਖ ਸਕਦੇ ਹੋ, ਹਰਿਆਣੇ ਵਿੱਚ ਤੁਸੀਂ ਛੇਤੀ ਅਲਵਿਦਾ ਹੋ ਜਾਓਗੇ, ਤੇ ਉੱਤਰ ਪ੍ਰਦੇਸ਼ ਵੀ ਦੂਰ ਨਹੀਂ। ਤੇ ਉਹਦੇ ਬਾਅਦ ਤੁਸੀਂ ਇਸ ਪਾਰਲੀਮੈਂਟ 'ਚ ਵੀ ਇੱਕ ਵਾਰ ਫਿਰ ਉਹਨਾਂ 2 ਮੈਂਬਰ ਆਫ ਪਾਰਲੀਮੈਂਟ ਦੀ ਪਾਰਟੀ ਬਣ ਜਾਓਗੇ। ਜਿਸ ਸਮੇਂ ਅਕਾਲੀ ਦਲ ਸਾਡਾ ਸਾਥ ਦਿੰਦਾ ਸੀ ਤਾਂ ਤੁਹਾਡੇ ਕੱਲੇ 2 MP ਹੁੰਦੇ ਸੀਗੇ। ਹਿਰਾਸਤ ਵਿੱਚ ਲਏ ਲੀਡਰਾਂ ਨੂੰ ਰਿਹਾ ਕਰ ਦਿੱਤਾ। ਉਸ ਤੋਂ ਬਾਅਦ ਅਕਾਲੀਆਂ ਦਾ ਇਹ ਜਿਹੜਾ ਪ੍ਰੋਟੈਸਟ ਸੀ ਉਹ ਖਤਮ ਹੋ ਗਿਆ। ਫਰਾਈਡੇ ਜਿਹੜਾ ਬਲੈਕ ਫਰਾਈਡੇ ਮਨਾਇਆ ਗਿਆ। ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਪ੍ਰਧਾਨ ਮੰਤਰੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਇੱਕ ਮੰਗ ਪੱਤਰ ਸੌਂਪਿਆ, ਜਿਹਦੇ ਵਿੱਚ ਅਕਾਲੀਆਂ ਨੇ ਦੱਸਿਆ ਕਿ ਅਸੀਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ, ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਅਤੇ ਸਾਰੀਆਂ ਮੁੱਖ ਫਸਲਾਂ ਦੀ ਯਕੀਨੀ ਖਰੀਦ ਸਮੇਤ ਇਸ ਗੱਲ ਦੀ ਵਚਨਬੱਧਤਾ ਮੰਗੀ ਹੈ ਕਿ ਕਿਸਾਨੀ ਨਾਲ ਜੁੜਿਆ ਕੋਈ ਵੀ ਕਾਨੂੰਨ ਲਿਆਂਦੇ ਜਾਣ ਤੋਂ ਪਹਿਲਾਂ ਉਸ ਬਾਰੇ ਕਿਸਾਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ। ਸੋ ਇਹ ਕਿਸਾਨਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਸ਼ੁੱਕਰਵਾਰ ਨੂੰ। ਹੁਣ ਕਿਸਾਨਾਂ ਨੂੰ ਇਸ ਦਾ ਕਿੰਨਾ ਕੁ ਫਾਇਦਾ ਹੋਵੇਗਾ ਜਾਂ ਨਹੀਂ ਹੋਵੇਗਾ ਜਾਂ ਫਿਰ ਨੁਕਸਾਨ ਹੋਏਗਾ, ਇਹ ਤਾਂ ਕਿਸਾਨ ਹੀ ਦੱਸ ਸਕਦੇ ਨੇ। ਪਰ ਇਸ ਦਰਮਿਆਨ ਬੜੀ ਅਹਿਮ ਗੱਲ ਰਹੀ ਹੈ ਕਿ 1 ਸਾਲ ਖੇਤੀ ਕਾਨੂੰਨਾਂ ਦੇ ਪਾਸ ਹੋਣ ਦਾ ਪੂਰਾ ਹੋਇਆ ਤਾਂ ਕਿਸਾਨਾਂ ਦੇ ਵੱਲੋਂ ਕੋਈ ਵੱਡਾ ਐਕਸ਼ਨ ਨਹੀਂ ਉਲੀਕਿਆ ਗਿਆ। ਕਿਸਾਨਾਂ ਦੇ ਵੱਲੋਂ ਆਮ ਜਿਵੇਂ ਰੋਜ਼ਾਨਾ ਦੇ ਰੋਜ਼ਮਰਾ ਦੇ ਵਾਂਗੂ ਜਿਹੜੇ ਮੁਜ਼ਾਹਰੇ ਚੱਲਦੇ ਨੇ, ਕਿਸਾਨ ਮੋਰਚੇ ਚੱਲਦੇ ਨੇ, ਉਸੇ ਤਰ੍ਹਾਂ ਹੀ ਮੋਰਚਿਆਂ ਦੇ ਉੱਤੇ ਕਾਰਵਾਈ ਚੱਲਦੀ ਦੇਖੀ ਗਈ। ਤੇ ਅਕਾਲੀਆਂ ਦੀ ਇਸ ਰੈਲੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜ਼ਰੂਰ ਜਿਹੜਾ ਤੰਜ ਕੱਸਿਆ ਹੈ। ਨਿਸ਼ਾਨਾ ਕੱਸਦਿਆਂ ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਵਾਲੇ ਤੇ ਹੁਣ ਇਸ ਦਾ ਵਿਰੋਧ ਕਰਨ ਵਾਲੇ ਸਿਰਫ ਮਗਰਮੱਛ ਦੇ ਹੰਝੂ ਵਹਾ ਰਹੇ ਨੇ। ਸਿੱਧੂ ਨੇ ਕਿਹਾ ਕਿ ਇੱਥੇ ਸਿਰਫ ਤੇ ਸਿਰਫ ਝੂਠ ਬੋਲੇ ਜਾ ਰਹੇ ਨੇ, ਚਿੱਟੇ ਝੂਠ ਅਤੇ ਝੂਠਾਂ ਦਾ ਪੂਰਾ ਬੰਡਲ ਸੁੱਖਾ ਗੱਪੀ ਯਾਨੀ ਕਿ ਸੁਖਬੀਰ ਬਾਦਲ ਨੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਡਰਾਮਾ ਹੁਣ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ। ਇਹ ਡਰਾਮਾ ਕਰਨ ਦਾ ਕੋਈ ਫਾਇਦਾ ਨਹੀਂ, ਕੋਈ ਇਸ ਦੇ ਭੁਲੇਖੇ ਵਿੱਚ ਪੈਣ ਵਾਲਾ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜੇ ਬਾਦਲਾਂ ਨੇ ਸਹੀ ਸਮੇਂ ਤੇ ਇਹਨਾਂ ਕਾਲੇ ਕਾਨੂੰਨਾਂ ਦੇ ਬਾਰੇ ਲੋਕਾਂ ਨੂੰ ਦੱਸਿਆ ਹੁੰਦਾ, ਕਿਸਾਨਾਂ ਨੂੰ ਦੱਸਿਆ ਹੁੰਦਾ, ਤਾਂ ਦੇਸ਼ ਦੀ ਕਿਸਾਨੀ ਨੂੰ 650 ਤੋਂ ਵੱਧ ਸ਼ਹਾਦਤਾਂ ਨਾ ਦੇਣੀਆਂ ਪੈਂਦੀਆਂ। ਸਾਲ ਹੋ ਗਏ ਘਰਾਂ ਚੋਂ ਬਾਹਰ ਬਾਰਡਰਾਂ ਤੇ ਬੈਠਿਆਂ ਨੂੰ ਤਾਂ ਨਾ ਬੈਠਣਾ ਪੈਂਦਾ। ਅਕਾਲੀਆਂ ਨੇ ਜਦੋਂ ਕੁਝ ਕਰਨਾ ਸੀ ਉਹ ਤਾਂ ਕੀਤਾ ਨਹੀਂ, ਹੁਣ ਇਹ ਰੌਲਾ ਪਾਉਂਦੇ ਫਿਰਦੇ ਨੇ। ਖੇਤੀ ਕਾਨੂੰਨਾਂ ਦਾ 1 ਸਾਲ ਪੂਰਾ ਹੋਣ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਨੂੰ ਇਹਨਾਂ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਸਾਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਦਾ ਸੱਦਾ ਦਿੱਤਾ। ਇਹਨਾਂ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੀ ਮੌਤ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਕੇਂਦਰ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ, ਕਿਸਾਨਾਂ ਅਤੇ ਦੇਸ਼ ਦੇ ਹਿੱਤ ਵਿੱਚ ਇਹ ਕਾਨੂੰਨ ਵਾਪਸ ਲੈ ਲਏ ਜਾਣ। ਮੁੱਖ ਮੰਤਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਕਰਵਾਏ ਗਏ ਰਾਜ ਪੱਧਰੀ ਵਰਚੁਅਲ ਕਿਸਾਨ ਮੇਲੇ ਦਾ ਉਦਘਾਟਨ ਕਰ ਰਹੇ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੱਕ ਭਾਰਤੀ ਸੰਵਿਧਾਨ ਵਿੱਚ 127 ਵਾਰੀ ਸੋਧ ਕੀਤੀ ਜਾ ਚੁੱਕੀ ਹੈ। ਇਸ ਲਈ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਕੇ ਨਵੇਂ ਸੋਧੇ ਕਾਨੂੰਨ ਲਿਆਉਣ ਦੇ ਵਿੱਚ ਹਰਜ਼ ਹੀ ਕੀ ਹੈ। 128ਵੀਂ ਵਾਰੀ ਸੋਧ ਕਰਨ ਦੇ ਵਿੱਚ ਕੀ ਸਮੱਸਿਆ ਹੈ? ਯਾਨੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਨਵੇਂ ਸੋਧੇ ਕਾਨੂੰਨ ਲਿਆਉਣ ਦੀ ਗੱਲ ਹੈ ਜਿਹੜੀ ਉਹ ਕੈਪਟਨ ਨੇ ਕੀਤੀ ਹੈ। ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਰੱਦ ਕਰਕੇ ਫਿਰ ਨਵੇਂ ਕਾਨੂੰਨ, ਪਰ ਸੋਧੇ ਹੋਏ ਕਾਨੂੰਨ ਕਿਹਾ ਹੈ। ਤੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੋ ਫਾਰਮਰ ਨੋ ਫੂਡ ਵਾਲਾ ਬੈਜ ਵੀ ਲਾਇਆ ਹੋਇਆ ਸੀ। ਸੰਵਿਧਾਨ ਸਾਨੂੰ ਕਨਸਟੀਟਿਊਸ਼ਨ ਸਾਨੂੰ ਅਧਿਕਾਰ ਪੂਰਾ ਮਿਲਦਾ ਹੈ ਕਿ ਆਪਾਂ ਜਾ ਕੇ ਪ੍ਰੋਟੈਸਟ ਕਰ ਸਕਦੇ। ਮੈਂ ਨਹੀਂ ਰੋਕ ਸਕਦਾ ਕਿਸੇ ਨੂੰ ਇੱਥੇ, ਔਰ ਉਹ ਜਾਣ, ਉਹ ਕਰਨ। ਉਹਨਾਂ ਨੇ ਆਪਣੀ ਜਿਹੜੀਆਂ ਉਹ ਕਾਨੂੰਨ ਤੁਸੀਂ ਬਣਾਏ ਹੋ, ਕਾਨੂੰਨ ਸਾਨੂੰ ਨਹੀਂ ਕਿਸਾਨੀ ਨੂੰ ਲਾਗੂ। ਕਿਸੇ ਨੂੰ ਪਸੰਦ ਹੋਏ ਬੇਸ਼ੱਕ, ਮੈਨੂੰ ਨਹੀਂ ਪਤਾ, ਲੇਕਿਨ ਹਿੰਦੁਸਤਾਨ ਦੇ ਕਿਸਾਨੀ ਨੂੰ ਪਸੰਦ ਨਹੀਂ। ਤੇ ਜਦੋਂ 127 ਵਾਰ ਕਨਸਟੀਟਿਊਸ਼ਨ ਅਮੈਂਡ ਹੋ ਚੁੱਕਿਆ ਤਾਂ 28 ਵਾਰ ਕਰ ਦਿਓ, ਇਹਨਾਂ ਨੂੰ ਰੱਦ ਕਰ ਦਿਓ। ਮੈਂ ਇਹਨਾਂ ਨੂੰ ਕਹਿੰਦਾ ਰਹਿਣਾ ਦਿੱਲੀ ਵਾਲਿਆਂ ਨੂੰ ਕਿ ਰੱਦ ਕਰੋ, ਫਿਰ ਕਿਸਾਨਾਂ ਦੇ ਨਾਲ ਡੈਪੂਟੇਸ਼ਨ ਨਾਲ ਬਹਿ ਕੇ
ਦੇਖੋ ਕਿਸ ਤਰੀਕੇ ਨਾਲ ਤੁਸੀਂ ਇਹਦੇ 'ਚ ਕੁਛ ਤਬਦੀਲੀ ਲਿਆ ਸਕਦੇ ਹੋ ਔਰ ਫਿਰ ਇੱਕ ਨਵਾਂ ਬਿੱਲ ਪੇਸ਼ ਕਰ ਦਿਓ। ਕਿਆ ਮੁਸ਼ਕਲ ਹੈ? ਜਦੋਂ ਕੌਂਸਟੀਟਿਊਸ਼ਨ 1950 ਦੇ ਵਿੱਚ ਅਸੀਂ ਅਡਾਪਟ ਕੀਤਾ ਸੀ ਔਰ ਉਹਨੂੰ 127 ਵਾਰ ਤੁਸੀਂ ਪਹਿਲਾਂ ਹੀ ਚੇਂਜ ਕਰ ਚੁੱਕੇ ਹੋ, ਅਮੈਂਡਮੈਂਟਸ ਲਿਆ ਸਕਦੇ ਹੋ, ਤੇ 128 ਵਾਰ ਕਰਨਾ ਕਿਆ ਔਖਾ ਹੈ? ਕਿਉਂ ਤੁਸੀਂ ਉੱਥੇ ਪਿਛਲੇ ਨਵੰਬਰ, ਤੁਹਾਨੂੰ ਪਤਾ ਹੈ ਹੁਣ ਅੱਜ ਮੇਰਾ ਖਿਆਲ ਅੱਜ ਦੇ ਦਿਨ ਹੈ ਸ਼ਾਇਦ ਪਹਿਲੇ ਜਿਹੜੇ ਉੱਥੇ ਕਿਸਾਨ ਬੈਠੇ ਨੇ, ਸਾਲ ਹੋ ਗਿਆ ਉੱਥੇ ਬੈਠੇ ਨੂੰ, ਕਿੰਨੇ ਮਰ ਗਏ ਉੱਥੇ ਇਹ ਵੀ ਨਹੀਂ ਪਤਾ ਮੈਨੂੰ। ਤਾਂ ਇਹ ਪਤਾ ਹੁੰਦਾ ਜਿਹੜਾ ਪੰਜਾਬ ਦੇ ਵਿੱਚ ਇੱਥੇ ਕੋਈ ਸਾਡਾ ਕੋਈ ਮਰ ਜਾਂਦਾ ਇਸ ਟਿਕਰੀ ਬਾਰਡਰ ਜਾਂ ਸਿੰਘੂ ਬਾਰਡਰ ਤੇ, ਕਿਉਂਕਿ ਫਿਰ ਸਾਨੂੰ ਇੱਥੇ ਪਤਾ ਲੱਗ ਜਾਂਦੇ, ਅਸੀਂ ਉਹਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਈਆ ਦਿੰਦੇ ਕੋਈ ਉਹਨੇ ਹੈਲਪ ਕਰਨ ਵਾਸਤੇ, ਉਹਨਾਂ ਦੇ ਬੱਚਿਆਂ ਨੂੰ ਅਸੀਂ ਇੱਕ ਨੌਕਰੀ ਦੇ ਰਹੇ ਹਾਂ, ਉਹ ਮੈਂ ਦੇ ਰਿਹਾ 2-4 ਦਿਨਾਂ ਦੇ ਵਿੱਚ ਜਿਹੜੀ 200-250 ਨੌਕਰੀਆਂ ਹੁਣ ਅਸੀਂ ਐਲਾਨ ਕੀਤੀਆਂ ਨੇ। ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ, ਕਿਹਾ ਕਿ 1 ਦਸੰਬਰ 2020 ਨੂੰ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਪ੍ਰਾਈਵੇਟ ਮੰਡੀ APMC ਨੂੰ ਰੱਦ ਕਰਕੇ ਦਿੱਲੀ ਵਿੱਚ ਇੱਕ ਨਿੱਜੀ ਮੰਡੀ ਸਥਾਪਿਤ ਕਰਨ ਲਈ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਨੂੰ ਨੋਟੀਫਾਈ ਕਰ ਦਿੱਤਾ ਸੀ, ਜਦਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਅੰਦੋਲਨ ਕਰਨ ਪਹੁੰਚੇ ਸੀ। ਉਸ ਤੋਂ ਬਾਅਦ ਸੈਸ਼ਨ ਬੁਲਾ ਕੇ ਕੇਜਰੀਵਾਲ ਨੇ ਬਿੱਲ ਫਾੜਨ ਦਾ ਡਰਾਮਾ ਕੀਤਾ, ਪਰ ਉਹ ਕਾਨੂੰਨ ਜੋ ਨੋਟੀਫਾਈ ਕੀਤਾ ਸੀ ਕੀ ਉਹ ਡੀਮੋਡੀਫਾਈ ਹੋਇਆ? ਸਿੱਧੂ ਨੇ ਸਵਾਲ ਪੁੱਛਿਆ। ਜੇ ਉਸ ਨੂੰ ਡੀਮੋਡੀਫਾਈ ਕੀਤਾ ਕੇਜਰੀਵਾਲ ਸਰਕਾਰ ਨੇ ਤਾਂ ਫਿਰ ਮੈਂ ਮੰਨ ਜਾਊਂਗਾ। ਇਹ ਸਾਰਾ ਡਰਾਮਾ ਹੈ, ਇਹ ਦਿਖਾਵਾ ਹੈ, ਸਿਰਫ ਮਗਰਮੱਛ ਦੇ ਹੰਝੂ ਹਨ। ਸਿੱਧੂ ਨੇ ਜਿਵੇਂ ਹੀ ਇਹ ਟਵੀਟ ਕੀਤਾ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਨੌਜਵਾਨ ਲੀਡਰ ਰਾਘਵ ਚੱਡਾ ਹੈਗੇ ਨੇ, ਉਹਨਾਂ ਨੂੰ ਬੜੀ ਤਕਲੀਫ ਹੋਈ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਰਾਖੀ ਸਾਵੰਤ ਹੀ ਕਹਿ ਦਿੱਤਾ। ਤੇ ਰਾਘਵ ਚੱਡਾ ਦੇ ਇਸ ਟਵੀਟ ਦਾ ਅਲਕਾ ਲਾਂਬਾ, ਜੋ ਕਿ ਆਮ ਆਦਮੀ ਪਾਰਟੀ ਦੀ ਸਾਬਕਾ ਲੀਡਰ ਹੈ, ਉਸਨੇ ਵੀ ਜਵਾਬ ਦਿੱਤਾ ਤੇ ਨਾਲ ਹੀ ਪੱਤਰਕਾਰ ਰੋਹਿਣੀ ਸਿੰਘ ਨੇ ਵੀ ਜਵਾਬ ਦਿੱਤਾ। ਰਾਘਵ ਚੱਡਾ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਅਲਕਾ ਲਾਂਬਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮਾਨਸਿਕਤਾ ਹਮੇਸ਼ਾ ਹੀ RSS ਵਾਂਗ ਔਰਤ ਵਿਰੋਧੀ ਰਹੀ ਹੈ। ਇਸ ਵਾਰੀ ਵੀ ਆਮ ਆਦਮੀ ਪਾਰਟੀ ਨੇ ਇੱਕ ਔਰਤ ਨੂੰ ਵਿਚਾਲੇ ਲਿਆ ਕੇ ਔਰਤਾਂ ਪ੍ਰਤੀ ਆਪਣੀ ਮਾੜੀ ਸੋਚ ਦਾ ਭਾਂਡਾ ਭੰਨਿਆ। ਲਾਂਬਾ ਨੇ ਚੱਡਾ ਨੂੰ ਸੰਗੀ ਕਹਿੰਦਿਆਂ ਸ਼ਰਮ ਕਰਨ ਲਈ ਕਿਹਾ। ਪੱਤਰਕਾਰ ਰੋਹਿਣੀ ਸਿੰਘ ਨੇ ਕਿਹਾ ਹੈ ਰਾਘਵ ਚੱਡਾ ਦੇ ਟਵੀਟ ਤੇ ਕਿ ਭਾਰਤੀ ਰਾਜਨੀਤੀ ਵਿੱਚ ਔਰਤ ਦੇ ਪ੍ਰਤੀ ਨਫ਼ਰਤ ਹਮੇਸ਼ਾ ਬੋਲਦੀ ਹੈ। ਕਿਸੇ ਦਾ ਨਾਂ ਲਏ ਬਗੈਰ ਕਿਸੇ ਵਿਰੋਧੀ ਦੀ ਨਿਖੇਧੀ ਨਹੀਂ ਕੀਤੀ ਜਾ ਸਕਦੀ। ਰਾਘਵ, ਤੁਹਾਡੇ ਤੇ ਲਾਨਤ ਹੈ। ਆਮ ਆਦਮੀ ਪਾਰਟੀ ਦੀ ਇਸ ਔਰਤ ਵਿਰੋਧੀ ਮਾਨਸਿਕਤਾ ਤੇ ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਇੱਕ ਔਰਤ ਵਰਕਰ ਦੇ ਵੱਲੋਂ ਵੀ ਇਹ ਖੁਲਾਸੇ ਕੀਤੇ ਗਏ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੁਰਸ਼ ਲੀਡਰਾਂ ਦੇ ਵੱਲੋਂ ਕਿਸ ਹੱਦ ਤੱਕ ਔਰਤਾਂ ਦਾ ਸ਼ੋਸ਼ਣ ਹੈ ਜਿਹੜਾ ਉਹ ਕੀਤਾ ਜਾਂਦਾ। ਸੋ ਇਹ ਇਲਜ਼ਾਮ ਅੱਜ ਤੋਂ ਨਹੀਂ ਲੱਗਦੇ, ਇਹ ਇਲਜ਼ਾਮ ਜਦੋਂ ਤੋਂ ਪਾਰਟੀ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਲੱਗਦੇ ਰਹੇ ਨੇ। ਅਗਲੀ ਖਬਰ ਵੀ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। ਮੋਦੀ ਸਰਕਾਰ ਨੇ ਜਿਹੜਾ ਤਾਨਾਸ਼ਾਹੀ ਹੁਕਮ ਸੁਣਾਇਆ ਹੈ ਕਿ ਕਿਸਾਨ ਜਿਹੜੀ ਜਿਣਸ ਹੈ ਜੇ ਉਹ ਮੰਡੀਆਂ ਦੇ ਵਿੱਚ ਵੇਚਣਗੇ ਤਾਂ ਉਹਨਾਂ ਨੂੰ ਪੇਮੈਂਟ ਉਦੋਂ ਹੀ ਹੋਏਗੀ ਜਿਹੜੇ ਕਿਸਾਨ ਆਪਣੀ ਜ਼ਮੀਨ ਦਾ ਰਿਕਾਰਡ ਆਨਲਾਈਨ ਪੋਰਟਲ ਦੇ ਉੱਤੇ ਚੜਾਉਣਗੇ। ਯਾਨੀ ਕਿ ਜਿਹੜੀ ਜ਼ਮੀਨ ਆਨਲਾਈਨ ਪੋਰਟਲ ਦੇ ਉੱਤੇ ਦਰਜ ਹੋਏਗੀ ਉਸ ਜ਼ਮੀਨ ਦੇ ਮਾਲਕ ਨੂੰ ਹੀ ਜਿਹੜੀ ਅਦਾਇਗੀ ਹੈ ਫਸਲਾਂ ਦੀ ਉਹ ਕੀਤੀ ਜਾਏਗੀ। ਪੰਜਾਬ ਸਰਕਾਰ ਦੇ ਵੱਲੋਂ ਹੁਣ ਕਿਸਾਨਾਂ ਦੀ ਜ਼ਮੀਨ ਨੂੰ ਪੋਰਟਲ ਤੇ ਚੜਾਉਣ ਦਾ ਕੰਮ ਪੰਜਾਬ ਰਾਜ ਮੰਡੀਕਰਨ ਬੋਰਡ ਨੂੰ 100 ਕਰੋੜ ਰੁਪਏ ਦੇ ਵਿੱਚ ਦੇ ਦਿੱਤਾ ਗਿਆ। ਪਤਾ ਲੱਗਿਆ ਕਿ ਪੋਰਟਲ ਨੂੰ ਤਿਆਰ ਕਰਨ ਵਿੱਚ ਜਿਹੜੀ ਸਮੱਸਿਆ ਹੈਗੀ ਹੈ ਉਹ ਵੀ ਆ ਰਹੀ ਹੈ। ਪਰ ਦੂਸਰੇ ਪਾਸੇ ਕਿਸਾਨ ਲੀਡਰ ਨੇ ਜਿਹੜੇ ਉਹਨਾਂ ਨੇ ਲਗਾਤਾਰ ਕਿਸਾਨਾਂ ਨੂੰ ਸੁਨੇਹੇ ਦਿੱਤੇ ਨੇ ਕਿ ਆਪਣੀਆਂ ਜਿਹੜੀਆਂ ਫਰਦਾਂ ਹੈਗੀਆਂ ਨੇ ਜ਼ਮੀਨ ਦੀਆਂ ਆਨਲਾਈਨ ਪੋਰਟਲ ਤੇ ਚੜਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਇੱਕ ਦਿਨ ਪਹਿਲਾਂ ਆਪਾਂ ਖਾਲਸ ਚਰਚਾ ਦੇ ਵਿੱਚ ਵਿਚਾਰਿਆ ਸੀ ਕਿ ਕਿੰਨਾ ਗੁੰਝਲਦਾਰ ਮਸਲਾ ਹੈ। ਜਿਹੜੇ ਠੇਕੇ ਤੇ ਖੇਤੀ ਕਰਦੇ ਕਿਸਾਨ ਨੇ ਉਹਨਾਂ ਦੇ ਹੱਥ ਵਿੱਚ ਕੀ ਆਵੇਗਾ ਤੇ ਕਦੋਂ ਆਵੇਗਾ। ਸੋ ਇਹ ਕੋਈ ਸੌਖਾ ਕੰਮ ਨਹੀਂ ਹੈ ਜਿਹੜਾ ਕੇਂਦਰ ਸਰਕਾਰ ਨੇ ਤੁਰੰਤ ਇਹ ਹੁਕਮ ਚਾੜ ਦਿੱਤਾ ਹੈ ਕਿ ਇਸ ਵਾਰੀ ਫਸਲਾਂ ਦੀ ਅਦਾਇਗੀ ਤਾਂ ਹੀ ਹੋਏਗੀ ਜੇ ਤੁਸੀਂ ਆਨਲਾਈਨ ਪੋਰਟਲ ਦੇ ਉੱਤੇ ਆਪਣੀ ਜ਼ਮੀਨ ਦਾ ਰਿਕਾਰਡ ਦਰਜ ਕਰਵਾਓਗੇ। ਕਿਸਾਨਾਂ ਦੇ ਸੰਘਰਸ਼ ਦੀ ਲੜੀ ਦੇ ਵਿੱਚ ਕਿਸਾਨ ਮੋਰਚੇ ਨੇ ਦਿੱਲੀ ਬਾਰਡਰਾਂ ਦੇ ਨਾਲ-ਨਾਲ ਪੰਜਾਬ ਦੀਆਂ 113 ਥਾਵਾਂ ਤੇ ਵੀ ਲੱਗੇ ਹੋਏ ਨੇ, ਹੋਰ ਵੀ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਲੱਗੇ ਹੋਏ ਨੇ। ਅੰਮ੍ਰਿਤਸਰ ਦੇ ਵਿੱਚ ਜਿਹੜੇ BJP ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਹੈਗੇ ਨੇ, ਉਹਨਾਂ ਦੇ ਘਰ ਦੇ ਬਾਹਰ ਲਗਾਤਾਰ ਪਹਿਲੇ ਦਿਨ ਤੋਂ ਧਰਨਾ ਲੱਗਿਆ ਹੋਇਆ ਤੇ ਉਸ ਧਰਨੇ ਤੇ ਬੈਠੇ 45 ਸਾਲਾਂ ਦੇ ਕਿਸਾਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਅੰਗਰੇਜ਼ ਸਿੰਘ ਅਜਨਾਲਾ ਤਹਿਸੀਲ ਦੇ ਪਿੰਡ ਕਮਾਲਪੁਰਾ ਦਾ ਰਹਿਣ ਵਾਲਾ ਸੀ। ਪਿਛਲੇ ਲੰਬੇ ਸਮੇਂ ਤੋਂ ਇਸ ਧਰਨੇ ਦੇ ਵਿੱਚ ਸ਼ਾਮਲ ਸੀ। 5 ਦਿਨ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਜੋ ਬੇਅਦਬੀ ਕੀਤੀ ਗਈ ਸੀ, ਉਸ ਬੇਅਦਬੀ ਦੇ ਦੋਸ਼ੀ ਦਾ ਉਸ ਦੇ ਪਿੰਡ ਵਾਲਿਆਂ ਨੇ ਸਮਾਜਿਕ ਬਾਈਕਾਟ ਕਰ ਦਿੱਤਾ ਹੈ। ਮੋਗਾ ਦੇ ਪਿੰਡ ਲੰਗਿਆਣਾ ਨਵਾਂ ਦੇ ਵੱਲੋਂ ਇਸ ਦੋਸ਼ੀ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਜੱਦੀ ਪਿੰਡ ਹੈ, ਹਾਲਾਂਕਿ ਪਰਿਵਾਰ ਸਮੇਤ ਹੁਣ ਲੁਧਿਆਣੇ ਰਹਿੰਦਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਅਰਦਾਸ ਕੀਤੀ ਗਈ। ਹੱਥ ਖੜੇ ਕਰਕੇ ਇਸ ਦੇ
ਅਤੇ ਇਸ ਦੇ ਪਰਿਵਾਰ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ। ਸੰਗਤ ਨੇ ਦੋਸ਼ੀ ਲਈ ਸਖਤ ਸਜ਼ਾ ਦੀ ਮੰਗ ਵੀ ਕੀਤੀ ਤੇ ਮਤਾ ਪਾਇਆ ਕਿ ਡੇਰੇ ਨਾਲ ਜੁੜੇ ਵਿਅਕਤੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਹੈ ਜਿਹੜੀ ਉਹ ਨਹੀਂ ਰੱਖੀ ਜਾਏਗੀ। ਪਿੰਡ ਵਾਸੀਆਂ ਨੇ ਦੱਸਿਆ ਕਿ ਦੋਸ਼ੀ ਦਾ ਪਰਿਵਾਰ ਕਰੀਬ 4 ਦਹਾਕੇ ਪਹਿਲਾਂ ਇੱਥੋਂ ਚਲਾ ਗਿਆ ਸੀ। ਦੋਸ਼ੀ ਪਰਮਜੀਤ ਸਿੰਘ ਦੀ ਪਿੰਡ ਲੰਗਿਆਣਾ ਦੇ ਵਿੱਚ ਕਰੀਬ 15 ਏਕੜ ਜ਼ਮੀਨ ਹੈ ਤੇ ਪਿੰਡ ਵਾਸੀਆਂ ਨੇ ਇਹ ਵੀ ਫੈਸਲਾ ਲਿਆ ਹੈ ਕਿ ਇਹ ਜ਼ਮੀਨ ਨਾ ਤਾਂ ਕੋਈ ਠੇਕੇ ਤੇ ਲੈ ਕੇ ਇਸ ਤੇ ਵਾਹੀ ਕਰੂਗਾ ਤੇ ਨਾ ਹੀ ਇਸ ਦੀ ਜ਼ਮੀਨ ਕਿਸੇ ਵੱਲੋਂ ਖਰੀਦੀ ਜਾਵੇਗੀ। ਹਾਲ ਦੀ ਘੜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਦਾ ਜਿਹੜਾ ਇਕੱਠ ਹੈ ਉਹ ਜੁੜਿਆ ਹੋਇਆ। ਸੰਗਤ ਦੇ ਇਕੱਠ ਦੇ ਵਿੱਚ ਸ਼ੁੱਕਰਵਾਰ ਨੂੰ ਦੀਪ ਸਿੱਧੂ ਵੀ ਪਹੁੰਚਿਆ। ਇੱਥੇ ਸੰਗਤ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਸਤੀਫਾ ਦੇਣ। और ये भी बड़ी हैरानी की गल पता लगी है कि जिस वक्त बेअदबी हुई उस वक्त जथेदार साहिब आनंदपुर साहिब विखे मौजूद ही नहीं सन ते 2-3 दिनों के बाद वो इत्थे मुड़े हैं। जबकि श्री अकाल तख्त साहिब के कार्यकारी जथेदार ਗਿਆਨੀ हरप्रीत सिंह जिहड़े कि इंग्लैंड दौरे ते गए हुए सी, जदों इंग्लैंड तो पहुंचे दिल्ली तो सीधा आनंदपुर साहिब वो आए ने ਤੇ ਉੱਥੇ ਆ ਕੇ ਉਹਨਾਂ ਨੇ ਜਿਹੜਾ ਮੰਗ ਕੀਤੀ ਸੀ ਕਿ ਇਸ ਡੇਰੇ ਤੇ ਬੈਨ ਲਾਇਆ ਜਾਵੇ ਮੋਦੀ ਸਰਕਾਰ ਦੇ ਵੱਲੋਂ। ਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਵੱਲੋਂ ਜਿਹੜਾ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੂੰ ਸ਼ਰਮਨਾਕ ਘਟਨਾ ਦੱਸਦਿਆਂ ਸਿੱਖ ਕੌਮ ਦੇ ਲਈ ਇਸ ਨੂੰ ਵੰਗਾਰ ਮੰਨਿਆ ਹੈ। ਜਥੇਦਾਰ ਹਵਾਰਾ ਨੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਪਣੇ ਹਲਕੇ ਅਧੀਨ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਦੇ ਗੁਰੂ ਘਰਾਂ ਦੇ ਪ੍ਰਬੰਧਕਾਂ ਅਤੇ ਗ੍ਰੰਥੀ ਸਾਹਿਬਾਨਾਂ ਦੇ ਨਾਲ ਬੈਠਕ ਕਰਕੇ ਬੇਅਦਬੀਆਂ रोकण दे लई रणनीति घड़न दे लई कहा है। हवारा कमेटी ने स्पष्ट किया है कि SGPC कमेटी दे जिहड़े मैंबर हैगे ने उन्हां दी जिम्मेवारी है जिस तो वो भज नहीं सकते अते जिन्नियां भी बेअदबियां हुंदियां ने उहदे लई सिद्धे तौर ते SGPC मैंबरां नूं जिम्मेवार मन्निया जा सकदा है। तख्त श्री केसगढ़ साहिब ते हुई बेअदबी ने श्रोमणी कमेटी अते तख्त साहिब दे सुरक्षा प्रबंधां दी असलीयत नूं खालसा पंथ दे मूहरे खोल के रख दिता है, यह कहा है जथेदार हवारा कमेटी ने। इस दरम्यान SGPC दे वल्लों फेसबुक ते एक पोस्ट पा के लिखिया गया है कि SGPC दे प्रबंध नूं बदनाम करन दे लई प्रोपेगेंडा हेठ सोशल मीडिया ते संगत नूं गुमराह करन वाले पोस्ट ने जिहड़े वायरल कीते जा रहे ने। लंघे कुछ दिनों तो सोशल मीडिया ते गुरसिमरन सिंह मंड नां दे व्यक्ति नूं गुरुद्वारा कंध साहिब बटाला विखे सिरों पाओ देण संबंधी कुछ पोस्ट वायरल कीते जा रहे ने। मंड रूटीन दे विच कहंदे 4 महीने पहला 28 मई 2021 नूं कंध साहिब बटाला विखे नतमस्तक होण लई आया सी। गुरुद्वारा साहिब दे ग्रंथी सिंह नूं गुरसिमरन मंड बारे उस ਦੀਆਂ ਕਾਲੀਆਂ ਕਰਤੂਤਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੰਡ ਦੇ ਨਾਲ ਆਏ ਕੁਝ ਲੋਕਾਂ ਵੱਲੋਂ ਉਸ ਦੇ ਚੇਅਰਮੈਨ ਹੋਣ ਬਾਰੇ ਦੱਸਿਆ ਗਿਆ ਤਾਂ ਗ੍ਰੰਥੀ ਸਿੰਘ ਨੇ ਉਸ ਨੂੰ ਸਿਰੋਂ ਪਾਓ ਦੇ ਦਿੱਤਾ। ਗ੍ਰੰਥੀ ਸਿੰਘ ਨੇ ਅਣਜਾਣੇ 'ਚ ਹੋਈ ਗਲਤੀ ਲਈ ਮਾਫੀ ਵੀ ਮੰਗ ਲਈ ਹੈ। ਫਿਰ ਵੀ ਜੇ ਸੰਗਤ ਦਾ ਦਿਲ ਦੁਖਿਆ ਤਾਂ ਮੁੜ ਖਿਮਾ ਮੰਗਦੇ ਹਾਂ। ਮਈ 2021 ਦੇ ਵਿੱਚ ਗ੍ਰੰਥੀ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਸੀ ਕਿ ਅੱਗੇ ਤੋਂ ਸੁਚੇਤ ਹੋ ਕੇ ਡਿਊਟੀ ਕੀਤੀ ਜਾਵੇ ਤੇ ਜਿਹੜੀ ਫੋਟੋ ਕਹਿੰਦੇ ਵਾਇਰਲ ਕੀਤੀ ਜਾ ਰਹੀ ਹੈ ਉਹ 4 ਮਹੀਨੇ ਪੁਰਾਣੀ ਹੈ। ਪਰ ਇੱਥੇ ਸਵਾਲ ਉੱਠ ਰਹੇ ਨੇ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਹੈਗੇ ਨੇ ਕੀ ਉਹਨਾਂ ਨੂੰ ਸਿਰੋਪਾਓ ਦੀ ਮਰਿਆਦਾ ਦੱਸੀ ਜਾਂਦੀ ਹੈ ਕਿ ਸਿਰੋਪਾਓ ਕਿਹਨਾਂ ਨੂੰ ਦੇਣਾ। ਦਰਅਸਲ ਜੇ ਸਿੱਖ ਕੌਮ ਦੇ ਸਿਧਾਂਤਾਂ ਤੇ ਨਜ਼ਰ ਮਾਰ ਲਈਏ ਤਾਂ ਗੁਰੂ ਸਾਹਿਬ ਨੇ ਸਿਰੋਪਾਓ ਦੇਣ ਦੀ ਜਿਹੜੀ ਪਰੰਪਰਾ ਹੈ ਉਹ ਤਾਂ ਚਾਲੂ ਕੀਤੀ ਸੀ ਕਿ ਜੇ ਕਿਸੇ ਸਿੱਖ ਨੇ ਕੌਮ ਦੇ ਲਈ ਦੇਸ਼ ਦੇ ਲਈ ਕੋਈ ਵੱਡੀ ਕੁਰਬਾਨੀ ਦਿੱਤੀ ਹੋਏ ਕੋਈ ਵੱਡਾ ਕੰਮ ਕੀਤਾ ਹੈ ਉਸ ਨੂੰ ਸਿਰੋਪਾਓ ਦਿੱਤਾ ਜਾਂਦਾ ਹੈ। ਪਰ ਅੱਜ ਇਹ ਜਿਹਾ ਰੁਝਾਨ ਬਣ ਗਿਆ ਕਿ SGPC ਵੱਲੋਂ ਵੀ ਅਤੇ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਾਉਂਦੀਆਂ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਧੜਾ ਧੜ ਹਰ ਕਿਸੇ ਨੂੰ ਸਿਰੋਪਾਓ ਦੇ ਦਿੱਤੇ ਜਾਂਦੇ ਨੇ। ਸਿਰੋਪਾਓ ਦਾ ਮਤਲਬ ਹੁੰਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਵੱਡਾ ਸਨਮਾਨ ਇਸ ਨੂੰ ਮੰਨਿਆ ਜਾਂਦਾ ਹੈ, ਪਰ ਇਸ ਨੂੰ ਰੋਲਣ ਦੇ ਵਿੱਚ ਕਮੇਟੀਆਂ ਦਾ ਹੀ ਸਭ ਤੋਂ ਵੱਡਾ ਹੱਥ ਹੈ। ਕਈ ਕੇਸਾਂ ਦੇ ਵਿੱਚ ਉਲਝੇ ਹੋਏ ਸਾਬਕਾ DGP ਸੁਮੇਧ ਸੈਣੀ ਦੇ ਵੱਲੋਂ ਚੀਫ ਵਿਜੀਲੈਂਸ ਅਧਿਕਾਰੀ BK ਉੱਪਲ ਅਤੇ ਹੋਰਨਾਂ ਵਿਰੁੱਧ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਲਈ ਦਾਇਰ ਪਟੀਸ਼ਨ ਤੇ ਸੁਣਵਾਈ ਹੈ ਜਿਹੜੀ ਉਹ 20 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੈਣੀ ਨੇ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਜਦੋਂ ਉਹ 18 ਅਗਸਤ ਨੂੰ ਆਪਣੇ ਦਫ਼ਤਰ ਗਿਆ ਸੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਸੀ। ਇਸ ਲਈ ਸੈਣੀ ਨੇ ਮੁੱਖ ਵਿਜੀਲੈਂਸ ਅਫਸਰ BK ਉੱਪਲ, ਵਿਜੀਲੈਂਸ ਜੁਆਇੰਟ ਡਾਇਰੈਕਟਰ ਵਰਿੰਦਰ ਸਿੰਘ ਬਰਾੜ ਅਤੇ DSP ਵਰਿੰਦਰ ਸਿੰਘ ਜਿਹੜੇ ਕਿ ਇਸ ਕੇਸ ਦੀ ਜਾਂਚ ਦੇ ਅਧੀਨ ਹੈਗੇ ਨੇ, ਜਾਂਚ ਦੇ ਅਧਿਕਾਰੀ ਹੈਗੇ ਨੇ, ਉਹਨਾਂ ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਹੁਣ ਜਿਹੜੀ ਇਸ ਤੇ ਸੁਣਵਾਈ ਹੈ ਉਹ 20 ਸਤੰਬਰ ਨੂੰ ਹੋਵੇਗੀ। ਪੰਜਾਬ ਤੇ ਪਾਕਿਸਤਾਨ ਨੂੰ ਜੋੜਨ ਵਾਲੀ ਅਟਾਰੀ ਵਾਘਾ ਸਰਹੱਦ ਤੇ ਹੁਣ 300 ਲੋਕਾਂ ਨੂੰ ਪਰੇਡ ਦੇਖਣ ਦੀ ਇਜਾਜ਼ਤ ਮਿਲ ਗਈ ਹੈ। ਕੋਰੋਨਾ
ਵਾਇਰਸ ਕਰਕੇ ਕਰੀਬ 1.5 ਸਾਲ ਤੋਂ ਇੱਥੇ ਆਮ ਲੋਕ ਨਹੀਂ ਜਾ ਸਕਦੇ ਸੀ। ਬੀਟਿੰਗ ਦਾ ਰਿਟਰੀਟ ਸੈਰੇਮਨੀ ਦੇ ਵਿੱਚ ਹੁਣ ਲੋਕ ਨੇ ਜਿਹੜੇ ਉਹ ਸ਼ਾਮਿਲ ਹੋ ਸਕਦੇ ਨੇ। 17 ਸਤੰਬਰ ਤੋਂ 300 ਲੋਕਾਂ ਨੂੰ ਪਰੇਡ ਦੇਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤੇ ਹੁਣ ਲੋਕਾਂ ਦੇ ਲਈ ਖੋਲਣ ਤੋਂ ਬਾਅਦ ਇਸ ਦਾ ਟਾਈਮ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਟਰੀਟ ਸਮਾਰੋਹ ਦਾ ਸਮਾਂ ਜਿਹੜਾ ਸ਼ਾਮ ਨੂੰ 5:30 ਵਜੇ ਹੁੰਦਾ ਹੈ। ਪਰ ਇਸ ਦੇ ਨਾਲ ਹੀ ਜਿਹੜੀ ਕਰਤਾਰਪੁਰ ਸਾਹਿਬ ਦਾ ਲਾਂਘਾ ਹੈਗਾ ਉਸ ਨੂੰ ਹਾਲੇ ਤੱਕ ਨਹੀਂ ਖੋਲਿਆ ਗਿਆ। ਹੋ ਸਕਦਾ ਹੈ ਕਿ ਬੀਟਿੰਗ ਦਾ ਰਿਟਰੀਟ ਸੈਰੇਮਨੀ ਦੇ ਵਿੱਚ ਆਮ ਲੋਕਾਂ ਦੇ ਜਾਣ ਦੇ ਐਲਾਨ ਤੋਂ ਬਾਅਦ ਸ਼ਾਇਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁੜ ਇਹ ਮੰਗ ਉੱਠੇ ਕਿ ਕੇਂਦਰ ਸਰਕਾਰ ਕਰਤਾਰਪੁਰ ਦਾ ਲਾਂਘਾ ਕਿਉਂ ਨਹੀਂ ਮੁੜ ਤੋਂ ਖੋਲ ਰਹੀ ਜਦੋਂ ਕਿ ਸਾਰਾ ਕੁਝ ਖੋਲ ਦਿੱਤਾ ਗਿਆ ਹੈ। ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਬਾਲਗਾਂ ਨੂੰ ਆਪਣੇ ਜੀਵਨ ਸਾਥੀ ਨੂੰ ਚੁਣਨ ਦਾ ਅਧਿਕਾਰ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਅਦਾਲਤ ਨੇ ਟਿੱਪਣੀ ਗੋਰਖਪੁਰ ਦੇ ਵੱਖਰੇ ਧਰਮਾਂ ਦੇ ਜੋੜੇ ਨੂੰ ਸੁਰੱਖਿਆ ਦਿੰਦੇ ਹੋਏ ਕੀਤੀ ਹੈ। ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲੇ ਵਿੱਚ ਉਹਨਾਂ ਦੇ ਮਾਪੇ ਵੀ ਉਹਨਾਂ ਦੇ ਰਿਸ਼ਤੇ ਤੇ ਇਤਰਾਜ਼ ਨਹੀਂ ਕਰ ਸਕਦੇ। ਸ਼ਿਫਾ ਹਸਨ ਅਤੇ ਉਸਦੇ ਹਿੰਦੂ ਸਾਥੀ ਵੱਲੋਂ ਸਾਂਝੇ ਤੌਰ ਤੇ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਤੇ ਸੁਣਵਾਈ ਕਰਦਿਆਂ ਜਸਟਿਸ ਮਨੋਜ ਕੁਮਾਰ ਗੁਪਤਾ ਦੇ ਬੈਂਚ ਨੇ ਕਿਹਾ ਕਿ ਇਸ ਗੱਲ ਤੇ ਕੋਈ ਵਿਵਾਦ ਨਹੀਂ ਕੀਤਾ ਜਾ ਸਕਦਾ ਕਿ ਦੋ ਬਾਲਗਾਂ ਨੂੰ ਆਪਣੇ ਵਿਆਹੁਤਾ ਸਾਥੀ ਦੀ ਚੋਣ ਕਰਨ ਦਾ ਅਧਿਕਾਰ ਹੈ, ਪੂਰਾ ਅਧਿਕਾਰ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ। ਪੰਜਾਬ ਕੈਬਨਿਟ ਦੇ ਵੱਲੋਂ ਇੱਕ ਹੋਰ ਜਾਣਕਾਰੀ ਆ ਰਹੀ ਹੈ ਕਿ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਦੀ ਨੌਕਰੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਇਸ ਨੂੰ ਪ੍ਰਵਾਨ ਕੀਤਾ ਗਿਆ ਹੈ। ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਤਰਸ ਦੇ ਆਧਾਰ ਤੇ ਕਹਿੰਦੇ ਨੌਕਰੀ ਦਿੱਤੀ ਗਈ ਹੈ। 2011 ਵਿੱਚ ਗੁਰਪ੍ਰੀਤ ਕਾਂਗੜ ਦੇ ਜਵਾਈ ਸ਼ੇਰ ਸਿੰਘ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਨੌਕਰੀ ਲਈ ਅਪਲਾਈ ਕੀਤਾ ਸੀ ਉਹਨਾਂ ਨੇ। ਭੂਪਜੀਤ ਸਿੰਘ ਜਿਹੜੇ ਗੁਰਸ਼ੇਰ ਸਿੰਘ ਦੇ ਪਿਤਾ ਨੇ ਉਹ ਆਬਕਾਰੀ ਤੇ ਕਰ ਵਿਭਾਗ ਦੇ ਵਿੱਚ ਈਟੀਓ ਵਜੋਂ ਤਾਇਨਾਤ ਸਨ। 2002 ਦੇ ਵਿੱਚ ਪੀਪੀਐਸਸੀ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਦੇ ਖਿਲਾਫ ਸ਼ਿਕਾਇਤਕਰਤਾ ਵੀ ਭੂਪਜੀਤ ਸਿੰਘ ਹੀ ਸਨ। ਉਦੋਂ ਉਹਨਾਂ ਨੇ 25 ਮਾਰਚ 2002 ਨੂੰ ਰਵੀ ਸਿੱਧੂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਸੀ ਤੇ ਸਟ੍ਰੈਸ ਵਿੱਚ ਕਹਿੰਦੇ ਉਹਨਾਂ ਦੀ ਮੌਤ ਹੋ ਗਈ ਸੀ 28 ਸਤੰਬਰ 2011 ਨੂੰ। ਕੈਪਟਨ ਸਰਕਾਰ ਨੇ 2005 ਦੇ ਵਿੱਚ ਭੂਪਜੀਤ ਸਿੰਘ ਨੂੰ ਪੀਸੀਐਸ ਵਜੋਂ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਪਰ ਸਿਰੇ ਨਹੀਂ ਲੱਗ ਸਕੀ ਸੀ। 2016 ਦੇ ਵਿੱਚ ਗੁਰਸ਼ੇਰ ਸਿੰਘ ਦਾ ਵਿਆਹ ਗੁਰਪ੍ਰੀਤ ਕਾਂਗੜ ਦੀ ਧੀ ਦੇ ਨਾਲ ਹੋਇਆ ਸੀ ਤੇ ਹੁਣ ਮੀਡੀਆ ਦੇ ਵਿੱਚ ਇਸ ਮਸਲੇ ਨੂੰ ਬੜਾ ਚੁੱਕਿਆ ਗਿਆ ਕਿ ਮੰਤਰੀ ਦੇ ਜਵਾਈ ਨੂੰ, ਕਰੋੜਪਤੀ ਜਵਾਈ ਨੂੰ ਜਿਹੜਾ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾ ਰਹੀ ਹੈ, ਪਰ ਜੇ ਨਿਯਮ ਦੇਖੀਏ ਤਾਂ ਉਹ ਨੌਕਰੀ ਦਾ ਹੱਕਦਾਰ ਬਣਦਾ ਹੈ। ਤੇ ਇਸ ਤੇ ਕਾਂਗੜ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਕਿ ਇਹ ਇੱਕ ਰੂਟੀਨ ਪ੍ਰਕਿਰਿਆ ਹੈ, ਹੋਰ ਕੁਝ ਨਹੀਂ। ਕਹਿੰਦੇ ਜੇ ਉਹ ਮੇਰਾ ਜਵਾਈ ਬਣ ਵੀ ਗਿਆ ਤਾਂ ਕੀ ਉਹਦੀ ਬਦਨਸੀਬੀ ਹੋਗੀ ਕਿ ਉਸਨੂੰ ਨੌਕਰੀ ਹੀ ਨਹੀਂ ਦਿੱਤੀ ਜਾ ਸਕਦੀ? ਉਸਨੂੰ ਹੱਕ ਮੁਤਾਬਿਕ ਨੌਕਰੀ ਮਿਲ ਸਕਦੀ ਹੈ, ਚਾਹੇ ਉਹ ਮੇਰਾ ਜਵਾਈ ਹੋਵੇ ਜਾਂ ਫਿਰ ਕੋਈ ਹੋਰ ਵਿਅਕਤੀ ਹੁੰਦਾ, ਮੇਰਾ ਜਵਾਈ ਨਾ ਹੋ ਕੇ ਤਾਂ ਵੀ ਉਸਨੂੰ ਇਹ ਨੌਕਰੀ ਦੇਣੀ ਬਣਦੀ ਸੀ। ਪੰਜਾਬ ਸਰਕਾਰ ਨੇ ਡਿਜੀਟਲ ਪੰਜਾਬ ਨੂੰ ਉਤਸ਼ਾਹਿਤ ਕਰਦਿਆਂ ਹੈਲਪਲਾਈਨ ਨੰਬਰ 1100 ਜਾਰੀ ਕੀਤੀ ਹੈ। ਇਸ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਰਾਹੀਂ ਪੰਜਾਬ ਦੇ ਲੋਕ ਵੱਖ-ਵੱਖ ਕਿਸਮ ਦੀਆਂ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਦੇ ਨੇ। ਇਸ ਦੇ ਜ਼ਰੀਏ ਸਰਕਾਰ ਕਹਿੰਦੀ ਹੈ ਕਿ ਤੁਹਾਡੀਆਂ ਸ਼ਿਕਾਇਤਾਂ ਦਾ ਨਿਪਟਾਰਾ ਜਲਦੀ ਹੋ ਜਾਊਗਾ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਇੱਕ ਹਾਦਸੇ ਦੀ ਖਬਰ ਆ ਰਹੀ ਹੈ, ਜਿੱਥੇ 10 ਫੇਸ ਦੇ ਵਿੱਚ ਇੱਕ ਕਾਰ ਚਾਲਕ ਨੇ ਪਾਰਕਿੰਗ ਦੀ ਸਾਈਡ ਤੇ ਆਰਾਮ ਕਰ ਰਹੇ 3 ਸਫਾਈ ਕਰਮਚਾਰੀਆਂ ਦੇ ਉੱਤੇ ਕਾਰ ਹੀ ਚੜਾ ਦਿੱਤੀ। ਹਾਦਸੇ ਵਿੱਚ ਤਿੰਨੇ ਸਫਾਈ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ। ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਇੱਕ ਜਣੇ ਦੀ ਮੌਤ ਹੋ ਗਈ, ਨਹੀਂ ਬਚਾਇਆ ਜਾ ਸਕਿਆ। ਸਫਾਈ ਕਰਮਚਾਰੀ ਮਹਿਲਾ ਦੀ ਮੌਤ ਹੋਈ ਹੈ। ਲੋਕਾਂ ਨੇ ਤੁਰੰਤ ਹੀ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਕਾਰ ਦੇ ਵਿੱਚ ਸਵਾਰ ਦੋਵੇਂ ਜਣੇ ਨਸ਼ੇ ਦੇ ਵਿੱਚ ਸੀ, ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦੇ ਸੀ। ਦੁਰਘਟਨਾ ਵਕਤ ਆਵਾਜ਼ ਇਸ ਤਰ੍ਹਾਂ ਦੀ ਆਈ ਜਿਵੇਂ ਬਾਜ਼ਾਰ ਦੇ ਵਿੱਚ ਬੰਬ ਫਟ ਗਿਆ ਹੋਵੇ। ਪੂਰੇ ਬਾਜ਼ਾਰ ਦੇ ਵਿੱਚ ਹਲਚਲ ਮਚ ਗਈ। ਫੇਜ਼ 11 ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਚਲੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਤੋਂ ਖਬਰ ਹੈ, ਜਿੱਥੇ ਪੁਲਿਸ ਦੇਖਦੀ ਹੀ ਰਹਿ ਗਈ ਤੇ ਪ੍ਰਦਰਸ਼ਨਕਾਰੀ ਅਧਿਆਪਕ ਮੋਤੀ ਮਹਿਲ ਦੇ ਗੇਟ ਤੱਕ ਪਹੁੰਚ ਗਏ ਸੀ। ਮੰਗਾਂ ਮਨਵਾਉਣ ਦੇ ਲਈ ਕਈ ਹਫ਼ਤਿਆਂ ਤੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਨੇੜੇ ਪੱਕਾ ਮੋਰਚਾ ਲਾ ਕੇ ਬੈਠੇ NSFQ ਯੂਨੀਅਨ ਦੇ ਨਾਲ ਸੰਬੰਧਿਤ ਅਧਿਆਪਕਾਂ ਨੇ ਮੁੱਖ ਮੰਤਰੀ ਨਿਵਾਸ ਵੱਲ ਜਦੋਂ ਮਾਰਚ ਕੱਢਿਆ, YPS ਚੌਂਕ ਤੇ ਭਾਵੇਂ ਨਾਕਾ ਲੱਗਾ ਹੋਇਆ ਸੀ, ਪਰ ਪੁਲਿਸ ਨੂੰ ਚਕਮਾ ਦੇ ਕੇ ਇਹ ਸਾਰੇ ਬੇਰੁਜ਼ਗਾਰ ਅਧਿਆਪਕ ਨਿਊ ਮੋਤੀ ਮਹਿਲ ਦੇ ਮੁੱਖ ਦਰਵਾਜ਼ੇ ਤੱਕ ਪਹੁੰਚਣ ਦੇ ਵਿੱਚ ਸਫਲ ਹੋ ਗਏ। ਜਦੋਂ ਇੱਥੇ ਪਹੁੰਚ ਗਏ ਪੁਲਿਸ ਨੂੰ ਹਫੜਾ ਦਫੜੀ ਮਚ ਗਈ। ਗੇਟ ਤੇ ਪਹੁੰਚੇ ਕਰੀਬ 100 ਅਧਿਆਪਕਾਂ ਨੂੰ ਮਹਿਲ ਦੇ ਅੰਦਰ ਵੜਨ ਤੋਂ ਰੋਕਣ ਲਈ ਇੱਥੇ ਤੈਨਾਤ ਪੁਲਿਸ ਫੋਰਸ ਨੇ ਬੈਰੀਕੇਡ ਲਾ ਕੇ ਨਾਕੇਬੰਦੀ ਹੋਰ ਮਜ਼ਬੂਤ ਕਰ ਦਿੱਤੀ। ਇਸ ਦਰਮਿਆਨ ਪੁਲਿਸ ਵਾਲਿਆਂ ਦੇ ਨਾਲ ਧੱਕਾ ਮੁੱਕੀ ਵੀ ਹੋਈ ਤੇ ਪੁਲਿਸ ਨੇ ਇਹਨਾਂ ਪ੍ਰਦਰਸ਼ਨਕਾਰੀਆਂ ਦੀ ਖਿੱਚ-ਧੂ ਵੀ ਕੀਤੀ। ਅਗਲੀ ਖਬਰ ਵੀ ਪਟਿਆਲਾ ਤੋਂ ਹੈ, ਜਿੱਥੇ ਪਾਵਰਕਾਮ ਦੇ ਮੁਲਾਜ਼ਮਾਂ ਨੇ ਵੀ ਧਰਨਾ ਲਾਇਆ ਹੋਇਆ। ਪਾਵਰਕਾਮ ਦੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਨੌਕਰੀਆਂ ਦੇ ਲਈ ਪਾਵਰਕਾਮ ਦੇ ਮੁੱਖ ਦਫ਼ਤਰ ਦੀ ਇਮਾਰਤ ਤੇ ਜਾ ਚੜੇ, ਜਦਕਿ ਇਹਨਾਂ ਦੇ ਕੁਝ ਸਾਥੀ ਹੇਠਾਂ ਮੁੱਖ ਗੇਟ ਤੇ ਧਰਨਾ ਪ੍ਰਦਰਸ਼ਨ ਕਰਨ ਲੱਗੇ। ਆਸ਼ਰਿਤ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ਮਗਰੋਂ ਨੌਕਰੀ ਦੀ ਮੰਗ ਕਰ ਰਹੇ ਨੇ, ਜਦਕਿ ਪਾਵਰਕਾਮ ਦਾ ਤਰਕ ਹੈ ਕਿ ਕਈ ਆਸ਼ਰਿਤਾਂ ਨੇ ਨੌਕਰੀ ਦੀ ਥਾਂ ਫੰਡ ਲੈ ਲਏ ਸੀ ਤੇ ਦੋ ਚੀਜ਼ਾਂ ਅਸੀਂ ਨਹੀਂ ਦੇ ਸਕਦੇ।
ਪਾਵਰਕਾਮ ਨੇ ਕਿਹਾ ਕਿ ਜੇ ਇਹਨਾਂ ਨੇ ਨੌਕਰੀ ਲੈਣੀ ਹੈ ਤਾਂ ਪਾਵਰਕਾਮ ਦੇ ਵੱਲੋਂ ਦਿੱਤੇ ਫੰਡ ਇਹਨਾਂ ਨੂੰ ਵਾਪਸ ਕਰਨੇ ਪੈਣਗੇ। ਦਿੱਲੀ ਤੋਂ ਖਬਰ ਹੈ, ਜਿੱਥੇ ਸੀਜੀਓ ਕੰਪਲੈਕਸ ਦੇ ਵਿੱਚ ਸੀਬੀਆਈ ਦੀ ਇਮਾਰਤ ਦੇ ਵਿੱਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਦੇ ਦਫ਼ਤਰ ਵਿੱਚ ਅੱਗ ਲੱਗਣ ਦੀ ਜਾਣਕਾਰੀ ਦੁਪਹਿਰ 1:40 ਤੇ ਮਿਲੀ, ਜਿਸ ਤੋਂ ਬਾਅਦ 8 ਫਾਇਰ ਟੈਂਡਰ ਮੌਕੇ ਤੇ ਪਹੁੰਚ ਗਏ। ਅੱਗ ਹੇਠਲੀ ਮੰਜ਼ਲ ਦੇ ਪੈਨਲ ਬੋਰਡ ਦੇ ਵਿੱਚ ਲੱਗੀ। ਅੱਗ ਨੂੰ 2:30 ਵਜੇ ਤੱਕ ਕਾਬੂ ਕਰ ਲਿਆ ਗਿਆ ਸੀ। ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ, ਕੋਈ ਵੀ ਜ਼ਖਮੀ ਨਹੀਂ ਹੋਇਆ। ਸੰਯੁਕਤ ਕਿਸਾਨ ਮੋਰਚੇ ਨੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ, ਜਿਹੜਾ ਇੱਕ ਵੱਖਰੀ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ। ਖਾਸ ਜਿਹੜੀਆਂ ਗੱਲਾਂ ਨੇ, ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ, ਹਸਪਤਾਲ, ਮੈਡੀਕਲ ਸੇਵਾਵਾਂ, ਫਾਇਰ ਸੇਵਾਵਾਂ, ਇਹਨਾਂ ਨੂੰ ਛੋਟ ਦਿੱਤੀ ਜਾਏਗੀ। ਤੇ ਕਿਸਾਨ ਮੋਰਚੇ ਨੇ ਦੇਸ਼ ਵਾਸੀਆਂ ਨੂੰ, ਦੇਸ਼ ਦੇ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਕਿ ਇਹ ਸ਼ਾਂਤੀਪੂਰਵਕ ਹੋਣਾ ਚਾਹੀਦਾ ਹੈ। ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਹਰਿਆਣਾ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਦੇ ਲਈ ਕਈ ਤਰ੍ਹਾਂ ਦੀਆਂ ਚਾਲਾਂ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ। ਤੱਥ ਇਹ ਹੈ ਕਿ ਕਿਸਾਨ ਹਾਈਵੇ ਤੇ ਵਿਰੋਧ ਕਰ ਰਹੇ ਨੇ, ਪੁਲਿਸ ਨੇ ਬੈਰੀਕੇਡ ਲਾਏ ਹੋਏ ਨੇ, ਕਿਸਾਨਾਂ ਨੇ ਕੁਝ ਵੀ ਰੋਕਿਆ ਨਹੀਂ ਹੋਇਆ। ਬੈਰੀਕੇਡ ਤੇ ਰੋਕਾਂ ਸਾਰੀਆਂ ਪੁਲਿਸ ਨੇ ਲਾਈਆਂ ਨੇ। ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਵੱਖ-ਵੱਖ ਥਾਵਾਂ ਤੇ ਵੱਡੇ ਪੱਧਰ ਤੇ ਲਾਮਬੰਦੀ ਦੇ ਯਤਨ ਨੇ ਜਿਹੜੇ ਉਹ ਮੋਰਚੇ ਦੇ ਵੱਲੋਂ ਕੀਤੇ ਜਾ ਰਹੇ ਨੇ। ਕਿਸਾਨ 5 ਦਿਨਾਂ ਦਾ ਕਬੱਡੀ ਲੀਗ ਟੂਰਨਾਮੈਂਟ ਟਿਕਰੀ ਅਤੇ ਸਿੰਘੂ ਬਾਰਡਰ ਤੇ ਕਰਵਾਉਣ ਜਾ ਰਹੇ ਨੇ। 22 ਸਤੰਬਰ ਤੋਂ ਕਬੱਡੀ ਲੀਗ ਸ਼ੁਰੂ ਹੋਏਗੀ, ਜਿਸ ਦੇ ਵਿੱਚ ਲੱਖਾਂ ਦੇ ਇਨਾਮ ਦਿੱਤੇ ਜਾਣਗੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 17 ਸਤੰਬਰ ਨੂੰ ਜਨਮ ਦਿਨ ਤੇ ਉਹਨਾਂ ਦੇ ਜਨਮ ਦਿਨ ਤੇ ਕਾਂਗਰਸ ਦੇ ਵੱਡੇ ਲੀਡਰ ਰਾਹੁਲ ਗਾਂਧੀ ਸਮੇਤ ਹਰ ਕਿਸੇ ਨੇ ਵਧਾਈ ਭੇਜੀ ਹੈ, ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇੱਕ ਪਾਸੇ ਜਿੱਥੇ ਕਾਂਗਰਸ ਦੇ ਲੀਡਰ ਮੋਦੀ ਨੂੰ ਵਧਾਈਆਂ ਦੇ ਰਹੇ ਸੀ, ਤਾਂ ਉੱਥੇ ਪੰਜਾਬ ਦੇ ਵਿੱਚ ਯੂਥ ਕਾਂਗਰਸੀਆਂ ਨੇ ਮੋਦੀ ਦੇ ਜਨਮ ਦਿਨ ਮੌਕੇ ਉਹਨਾਂ ਦੇ ਪੁਤਲੇ ਫੂਕੇ। ਯੂਥ ਕਾਂਗਰਸ ਦਿਹਾਤੀ ਬਠਿੰਡਾ ਦੇ ਪ੍ਰਧਾਨ ਲਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਡੀਸੀ ਬਠਿੰਡਾ ਦੀ ਕੋਠੀ ਮੂਹਰੇ ਧਰਨਾ ਦੇਣ ਤੋਂ ਬਾਅਦ ਪੈਦਲ ਰੋਸ ਮਾਰਚ ਕੱਢਦਿਆਂ ਸ਼ਹਿਰ ਦੇ ਬੱਸ ਸਟੈਂਡ ਚੌਂਕ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਤੇ ਉਹਨਾਂ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਯੂਥ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਆਲ ਇੰਡੀਆ ਯੂਥ ਕਾਂਗਰਸ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਗਏ। ਦਰਅਸਲ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਨੂੰ ਜਿਹੜਾ ਹੈਗਾ ਕੌਮੀ ਰੁਜ਼ਗਾਰ ਦਿਵਸ ਦੇ ਵਜੋਂ ਮਨਾਇਆ। ਲੋਕ ਇਹ ਕਹਿੰਦੇ ਵੀ ਦੇਖੇ ਗਏ ਕਿ ਮੋਦੀ ਜੀ ਜਨਮ ਦਿਨ ਤੇ ਬੇਰੁਜ਼ਗਾਰੀ ਹੀ ਦੂਰ ਕਰ ਦਿਓ, ਕੋਈ ਨਾ ਕੋਈ ਤੋਹਫਾ ਸਾਨੂੰ ਵੀ ਦੇ ਦਿਓ, ਅਸੀਂ ਤਾਂ ਤੁਹਾਨੂੰ ਤੋਹਫੇ ਆ ਜਿਹੜੇ ਉਹ ਦਿੰਦੇ ਹੀ ਰਹਿੰਦੇ ਆ ਟੈਕਸਾਂ ਦੇ ਰੂਪ ਦੇ ਵਿੱਚ, ਤੁਸੀਂ ਵੀ ਸਾਨੂੰ ਤੋਹਫਾ ਦੇ ਦਿਓ। ਇਸ ਮੌਕੇ ਯੂਥ ਕਾਂਗਰਸ ਦੇ ਵੱਲੋਂ, ਇੰਡੀਅਨ ਯੂਥ ਕਾਂਗਰਸ ਦੇ ਵੱਲੋਂ ਜਿਹੜਾ ਟਵਿੱਟਰ ਦੇ ਉੱਤੇ ਵੀ ਮੁਹਿੰਮ ਚਲਾਈ ਗਈ। ਨੈਸ਼ਨਲ ਅਨਇੰਪਲੋਇਮੈਂਟ ਡੇ ਲਿਖ ਕੇ ਲਗਾਤਾਰ ਧੜਾ-ਧੜ ਪੂਰਾ ਦਿਨ ਟਵੀਟ ਕੀਤੇ ਗਏ। ਇਸ ਦਿਨ ਇਹਨਾਂ ਨੇ ਆਪਣੀ ਜਿਹੜੀ ਡੀਪੀ ਹੈ, ਪ੍ਰੋਫਾਈਲ ਪਿਕਚਰ ਹੈ, ਉਹ ਵੀ ਬਦਲ ਦਿੱਤੀ, ਜਿਹਦੇ ਤੇ ਲਿਖਿਆ ਰਾਸ਼ਟਰੀ ਬੇਰੁਜ਼ਗਾਰ ਦਿਵਸ। ਇਹਨਾਂ ਨੇ ਟਵੀਟ ਜਿਹੜੇ ਕੀਤੇ ਨੇ ਉਹਨਾਂ ਵਿੱਚੋਂ ਇੱਕ ਅੱਧਾ ਟਵੀਟ ਤੁਹਾਨੂੰ ਸੁਣਾ ਦਿੰਨੇ ਆ। कहते भाजपा के राज में युवा इसलिए बेरोजगार है क्योंकि मोदी जी के दिल में देश नहीं सिर्फ अपना प्रचार है। ते पूरे देश दे विच नौजवानों ने वीडियोज़ भी अपलोड कीतियां ते उन्हां नूं भी यूथ कांग्रेस ने लगातार ट्वीट किया, युवा कर रहा हाहाकार, नौकरी दे दो मोदी सरकार। सो इस नूं जिहड़ा हैगा बेरोजगारी दिवस दे वजों मनाया गया। प्रधानमंत्री नरेंद्र मोदी दे चाहण वालियां दे विच भी कोई कमी नहीं है। दरभंगा, बिहार दे दरभंगा दे विच मछेरे भाईचारे दे लीडर अते बीजेपी MLC अर्जुन सानी ने मोदी का जन्मदिन बड़े ही वक्रे तरीके दे नाल मनाया। प्रधानमंत्री दे 71वें जन्मदिन मौके 71 किश्तियां ते ना सिर्फ 71 केक रखे बल्कि अर्जुन सानी अते दरभंगा शहर दे विधायक संजय सराउगी ने 71 किलो का वड्डा लड्डू वर्गा केक भी कट्टिया। इस तो बाद नरेंद्र मोदी की तस्वीर नूं लड्डू खुआ के रब कोलों मोदी नूं जिहड़ा चंगी जिंदगी अते लंबी उम्र की कामना की। सुप्रीम कोर्ट के कॉलेजियम ने इलाहाबाद, कलकत्ता, आंध्र प्रदेश, कर्नाटका, तेलंगाना, मेघालय, गुजरात दे मध्य प्रदेश हाई कोर्टां दे लई नवें चीफ जस्टिस लाउण दे नावां दी सिफारिश की है। सूत्रां मुताबिक कलकत्ता हाई कोर्ट के कार्यकारी चीफ जस्टिस राजेश बिंदल नूं इलाहाबाद हाई कोर्ट का चीफ जस्टिस लाउण दी सिफारिश है जिहड़ी ओह कीती गई है, यानी कि 8 हाई कोर्ट 8 हाई कोर्टां दे विच नवें चीफ जस्टिस लाउण दी सिफारिश सर्वोच्च अदालत ने कीती है। पंजाब दीयां खास खबरां दे खास बुलेटिन दे विच तुहाडे सब तो इजाजत चाहुंदे हां। धन्नवाद।